ਹੀਰ ਵਾਯੂ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਸੇਵਕੀ ਮਹਲਾ ਪਹਿਲਾ। ਸੋਹਿਲਾ ਬਾਣੀ ਦਾ ਨਾਮ ਹੈ ਜੀ, ਗੌੜੀ ਦੀਪਕੀ ਰਾਗ ਹੈ। ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਸ਼ਬਦ ਹੈ। ਗੁਰਮੁਖੀ ਬਾਣੀ ਤਿੰਨ ਥਾਵਾਂ 'ਤੇ ਪੜ੍ਹੀ ਜਾਂਦੀ ਹੈ। ਉਪਦੇਸ਼ ਬਹੁਤ ਵਧੀਆ ਹੈ। ਇੱਕ ਤੇ ਅਸੀਂ ਰਾਤ ਨੂੰ ਜਦੋਂ ਵਿਸ਼ਰਾਮ ਕਰਦੇ ਹਾਂ, ਸੌਣ ਤੋਂ ਪਹਿਲਾਂ ਮਹਾਰਾਜ ਦਾ ਹੁਕਮ ਹੈ ਭਾਈ ਇਹ ਬਾਣੀ ਦਾ ਪਾਠ ਕਰਨਾ ਹੈ। ਔਰ ਦੂਸਰੀ ਵਾਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖ ਆਸਣ ਕਰਦੇ ਹਾਂ, ਇਹ ਸੋਹਿਲਾ ਸਾਹਿਬ ਦਾ ਪਾਠ ਕਰਕੇ ਸੋਖ ਆਸਣ ਕੀਤਾ ਜਾਂਦਾ ਹੈ। ਅਤੇ ਤੀਸਰੀ ਵਾਰ ਜਦੋਂ ਬੋਡੀ ਕਿਸੇ ਦਾ ਸੰਸਕਾਰ ਹੁੰਦਾ ਹੈ, ਉਦੋਂ ਸੋਹਿਲਾ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਜਾਂਦੀ ਹੈ। ਤਿੰਨ ਜਗ੍ਹਾ 'ਤੇ ਇਹ ਪਾਠ ਜਿਹੜਾ ਕੀਤਾ ਜਾਂਦਾ ਹੈ। ਬਹੁਤ ਵਧੀਆ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਸਰਵਣ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਗੁਰੂ ਸਾਹਿਬ ਦੀ ਕਿਰਪਾ ਦੁਆਰਾ ਭਾਈ ਉਹਦੀ ਪ੍ਰਾਪਤੀ ਹੋ ਸਕਦੀ ਹੈ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਸਤਿਗੁਰੂ ਕਹਿੰਦੇ ਜਿਸ ਘਰ ਦੇ ਅੰਦਰ ਵਾਹਿਗੁਰੂ ਦੀ ਕੀਰਤੀ ਗਾਈ ਜਾਂਦੀ ਹੈ, ਘਰ ਦਾ ਅਰਥ ਹਿਰਦਾ ਵੀ ਹੈ। ਘਰ ਦਾ ਅਰਥ ਜਿੱਥੇ ਅਸੀਂ ਰਹਿੰਦੇ ਹਾਂ ਉਹਨੂੰ ਵੀ ਅਸੀਂ ਘਰ ਕਹਿੰਦੇ ਹਾਂ। ਮਹਾਰਾਜ ਕਹਿੰਦੇ ਜਿਸ ਘਰ ਕਥਾ ਭੂਤ ਹਰ ਸੰਤਨ, ਇੱਕ ਨਿਮਖ ਦਾ ਕੀਨੋ ਮੈਂ ਫੇਰਾ। ਤਾਂ ਅਸੀਂ ਹੁਕਮਨਾਮੇ ਦੇ ਰੂਪ ਵਿੱਚ ਕਈ ਵਾਰੀ ਸ਼ਬਦ ਦੀ ਵਿਚਾਰ ਕੀਤੀ ਹੈ। ਜਿਤ ਪਾਰ ਬ੍ਰਹਮ ਚੇਤਨ ਆਇਆ, ਸੋ ਘਰ ਰਹੀਏ ਵਸਾਇਆ। ਗੁਰੂ ਤੇ ਰੱਬ ਦੀਆਂ ਨਜ਼ਰਾਂ ਤੋਂ ਸਰੀਰ ਔਰ ਉਹ ਘਰ ਪ੍ਰਵਾਨ ਹੈ ਜਿੱਥੇ ਰੱਬ ਦੀ ਕੀਰਤੀ ਗਾਈ ਜਾਂਦੀ ਹੈ। ਭਲੀ ਸੁਹਾਵੀ ਸ਼ਬਦੀ ਜਾ ਮਹਿ ਗੁਣ ਗਾਏ। ਕੋਈ ਸ਼ਬਦੀ ਵੀ ਭਲੀ ਹੈ ਜਿੱਥੇ ਰਹਿਣ ਵਾਲਾ ਰੱਬ ਦੀ ਉਸਤਤ ਕਰਦਾ ਹੈ, ਉਹ ਰੱਬ ਦੀ ਕੀਰਤੀ ਨੂੰ ਗਾਉਂਦਾ ਹੈ। ਮਹਾਰਾਜ ਕਹਿੰਦੇ ਜੈ ਘਰ ਕੀਰਤ ਆਖੀਏ, ਜਿਸ ਘਰ ਦੇ ਅੰਦਰ ਰੱਬ ਦੀ ਕੀਰਤੀ ਗਾਈ ਜਾਂਦੀ ਹੈ। ਕਰਤੇ ਕਾ ਹੋਏ ਵਿਚਾਰੂ, ਰੱਬ ਦੀ ਵਿਚਾਰ ਹੁੰਦੀ ਹੈ। ਵਿਚਾਰ ਤੇ ਹੀ ਹੈ ਕਿ ਕਥਾ ਕੀਤੀ ਜਾਂਦੀ ਹੈ। ਜਿਸ ਘਰ 'ਚ ਕੀਰਤਨ ਹੁੰਦਾ ਹੈ ਜਾਂ ਜਿਸ ਘਰ ਦੇ ਅੰਦਰ ਬੈਠ ਕੇ ਬਾਣੀ ਪੜ੍ਹੀ ਜਾਂਦੀ ਹੈ, ਵਾਹਿਗੁਰੂ 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 ਗਾਇਆ ਜਾਂਦਾ ਹੈ। ਮੂਲ ਮੰਤਰ ਦਾ ਅਭਿਆਸ ਹੋਵੇ, ਭਾਵੇਂ ਸਰੀਰ ਹੈ ਅਤੇ ਭਾਵੇਂ ਉਹ ਮਕਾਨ। ਸਾਡਾ ਮਕਾਨ ਵੈਸੇ ਹੋਰ ਹੁੰਦਾ ਹੈ, ਘਰ ਹੋਰ ਹੁੰਦਾ ਹੈ। ਮਕਾਨ ਤਾਂ ਵੈਸੇ ਵੀ ਖੜ੍ਹਾ ਹੁੰਦਾ ਹੈ, ਘਰ ਬਣਾਉਣਾ ਪੈਂਦਾ ਹੈ। ਅਤੇ ਮਹਾਰਾਜ ਕਹਿੰਦੇ ਭਾਈ ਜਿੱਥੇ ਕਰਤੇ ਦਾ ਵਿਚਾਰੂ ਹੈ, ਜਿਸ ਘਰ ਦੇ ਅੰਦਰ ਕੀਰਤੀ ਗਾਈ ਜਾਂਦੀ ਹੈ। ਇਤ ਘਰ ਗਾਵਹੁ ਸੋਹਿਲਾ। ਮਹਾਰਾਜ ਕਹਿੰਦੇ ਹੈ ਜੀਵ ਨੂੰ ਵੀ ਇਸਤਰੀਏ ਤੂੰ ਵੀ ਉਸ ਘਰ ਜਾ ਕੇ ਕਰਤੇ ਦਾ ਸੋਹਿਲਾ ਗਾ। ਸੋਹਲੇ ਦਾ ਅਰਥ ਖੁਸ਼ੀ ਦਾ ਗੀਤ। ਜਦੋਂ ਗੁਰਮੁਖੋਂ ਕਿਸੇ ਬੱਚੇ ਦਾ ਵਿਆਹ ਰੱਖਿਆ ਜਾਂਦਾ ਹੈ ਨਾ, ਤੇ 4-5 ਦਿਨ ਪਹਿਲਾਂ ਉਸ ਘਰ ਦੇ ਅੰਦਰ ਬੀਬੀਆਂ ਨੂੰ ਸੱਦਿਆ ਜਾਂਦਾ ਹੈ ਤੇ ਉਹ ਬੈਠ ਕੇ ਨਾ ਗੀਤ ਗਾਉਂਦੀਆਂ, ਖੁਸ਼ੀ ਦੇ ਗੀਤ। ਉਹਦੇ ਵਿੱਚ ਵਿਛੋੜਾ ਵੀ ਹੁੰਦਾ ਵੀ ਬੱਚੀ ਨੇ ਵਿਛੜ ਜਾਣਾ। ਉਹਦੇ ਵਿੱਚ ਬੱਚੀ ਵਾਸਤੇ ਅਸੀਸ ਵੀ ਹੁੰਦੀ ਹੈ। ਵੈਸੇ ਤਾਂ ਮਹਾਰਾਜ ਨੇ ਸਾਨੂੰ ਨਾ ਘੋੜੀਆਂ ਦੇ ਸਰਲੇਖ ਹੇਠ ਬਾਣੀ ਦਿੱਤੀ ਹੈ। ਮਹਾਰਾਜ ਕਹਿੰਦੇ ਜੇ ਤੁਹਾਡੇ ਘਰੇ ਸੁੱਖੋ ਖੁਸ਼ੀ ਹੈ ਨਾ, ਤੇ ਤੁਸੀਂ ਹੋਰ ਕਿਸੇ ਦੀ ਉਸਤਤ, ਰਿਸ਼ਤੇਦਾਰਾਂ ਦੀ ਉਸਤਤ ਨਾ ਕਰਿਓ। ਤੁਸੀਂ ਆਹ ਘੋੜੀਆਂ ਗਾਇਓ, ਇਹ ਤੇ ਬਾਣੀ ਤੁਹਾਡਾ ਰੱਬ ਨਾਲ ਮੇਲ ਕਰਾਏਗੀ। ਕਰਤੇ ਦੀ ਉਸ ਸਮੇਂ ਵੀ ਕਰਤੇ ਦੀ ਉਸਤਤ ਕਰੋ ਘੋੜੀਆਂ ਦੇ ਰੂਪ ਵਿੱਚ। ਜਦੋਂ ਪਰਿਵਾਰ ਤੋਂ ਕੋਈ ਜੀਅ ਤੁਰ ਜਾਂਦਾ ਹੈ, ਮਹਾਰਾਜ ਕਹਿੰਦੇ ਵੈਰ ਨਾ ਪਾਇਓ, ਹੱਥ ਮਾਰ ਕੇ ਛਾਤੀ ਤੇ ਨਾ ਰੋਇਓ। ਉਦੋਂ ਅਲਾਹਣੀਆਂ ਦਾ ਕੀਰਤਨ ਕਰਿਓ। ਅਲਾਹਣੀਆਂ ਬਾਣੀ ਦੋ ਸਮਿਆਂ 'ਤੇ ਸਾਨੂੰ ਮਹਾਰਾਜ ਨੇ ਬਾਣੀ ਬਖਸ਼ਿਸ਼ ਕੀਤੀ ਹੈ। ਖੁਸ਼ੀ ਵੇਲੇ ਅਸੀਂ ਕਿਸੇ ਝੂਠੀ ਉਸਤਤ ਨਹੀਂ ਕਰਨੀ ਹੈ। ਅਤੇ ਜਦੋਂ ਕੋਈ ਘਰ ਤੋਂ ਜੀਅ ਤੁਰ ਜਾਂਦਾ ਹੈ, ਐਵੇਂ ਰੱਬ ਨੂੰ ਕੋਈ ਲਾਭੇ ਨਹੀਂ ਦੇਣੇ, ਫਿਰ ਅਸੀਂ ਲਾਹਣੀਆਂ ਬਾਣੀ ਦਾ ਉੱਥੇ ਗਾਇਨ ਕਰਨਾ ਹੈ।
ਵੈਸੇ ਰਹਿਤ ਮਰਿਆਦਾ 'ਚ ਤੇ ਨਹੀਂ ਲਿਖਿਆ, ਪਰ ਜਦੋਂ ਕੋਈ ਸਰੀਰ ਚੜ੍ਹਾਈ ਕਰ ਜਾਂਦਾ ਉਦੋਂ ਲਾਹਣੀਆਂ ਬਾਣੀ ਦਾ ਪਾਠ ਕੀਤਾ ਜਾਂਦਾ ਗੁਰਦੁਆਰੇ ਦੇ ਅੰਦਰ। ਮਰਿਆਦਾ ਇਹ ਹੈ ਸਹਿਜ ਪਾਠ ਘਰੇ ਆਰੰਭ ਹੋਵੇ, ਸੰਗਤ ਉੱਥੇ ਬੈਠ ਕੇ ਬਾਣੀ ਸੁਣੋ, ਬੋਡੀ ਦਾ ਸੰਸਕਾਰ ਹੋਊਗਾ ਪਹਿਲਾਂ। ਚਲੋ ਲਾਹਣੀਆਂ ਬਾਣੀ 'ਚ ਉਪਦੇਸ਼ ਬਹੁਤ ਵਧੀਆ ਵੀ ਜੀਵ ਦੇ ਜਾਣ ਤੋਂ ਬਾਅਦ ਅਸੀਂ ਕੀ ਕਰਨਾ ਹੈ। ਰੱਬ ਨੇ ਸਾਨੂੰ ਪੈਦਾ ਕੀਤਾ ਹੈ, ਨਾ ਲੇਪ ਤਲਾਈਆਂ, ਕੋਈ ਪ੍ਰਸ਼ਾਦਾ ਪਾਣੀ ਭੋਜਨ, ਸਾਡੇ ਇਹ ਉਪਦੇਸ਼ ਬੜੇ ਵਧੀਆ ਵੀ ਅਸੀਂ ਕਰਨਾ ਕੀ ਹੈ ਕਿਸੇ ਦੇ ਜਾਣ ਤੋਂ ਬਾਅਦ। ਇਸ ਕਰਕੇ ਉਹ ਬਾਣੀ ਨੂੰ ਬੜੇ ਪਿਆਰ ਨਾਲ ਸੁਣਿਆ ਜਾਂਦਾ ਹੈ, ਪੜ੍ਹਿਆ ਜਾਂਦਾ। ਜਦੋਂ ਕਿਸੇ ਨੂੰ ਸੰਸਕਾਰ ਹੁੰਦਾ ਵੀ ਕੋਈ ਕਰਮ ਕਾਂਡਾਂ 'ਚ ਨਾ ਪੈ ਜਾਏ ਵੀ ਇਹ ਚਲਾ ਗਿਆ ਤਾਂ ਮੈਂ ਨਹੀਂ ਐਂ ਕਰਨਾ ਚਾਹੀਦਾ ਸਾਨੂੰ। ਤੇ ਮਹਾਰਾਜ ਨੇ ਇੱਥੇ ਬਚਨ ਕਹੇ ਵੀ ਤੇਤ ਘਰ ਗਾਵੋ ਸੋਹਿਲਾ, ਜਿਸ ਘਰ ਦੇ ਅੰਦਰ ਕੀਰਤੀ ਰੱਬ ਦੀ ਗਾਈ ਜਾਂਦੀ, ਤੁਸੀਂ ਵੀ ਜੀਵ ਰੂਪੀ ਇਸਤਰੀ ਹੈ, ਜਾ ਕੇ ਉਹਨਾਂ ਦੇ ਘਰ ਦੇ ਵਿੱਚ ਸੋਹਿਲੇ ਨੂੰ ਗਾਉਣਾ ਕਰੋ। ਉਸ ਘਰ 'ਚ ਬੈਠ ਕੇ ਸਿਮਰਿਓ, ਉਹਨੂੰ ਸਿਮਰਿਓ ਸਿਰਜਣਹਾਰੋ ਜਿਹਨੇ ਸਾਡੀ ਸਿਰਜਣਾ ਕੀਤੀ ਹੈ, ਸਾਡੀ ਕਹਿ ਲਓ ਜਾਂ ਜਿਹਨੇ ਸਾਡੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਮਰਦ ਕਹਿੰਦੇ ਉਸ ਘਰ 'ਚ ਟੇਕ ਕੇ ਭਾਈ ਤੁਸੀਂ ਵੀ ਉਹਦੀ ਉਸਕਤ ਨਾਲ ਜੁੜਦਾ ਕਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਤੁਮ ਦਾ ਅਰਥ ਤੁਸੀਂ ਗਾਵੋ ਰਲ ਕੇ ਨਿਰਭਉ ਕਾ ਸੁਹਿਲਾ, ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਉਹ ਰੱਬ ਹੀ ਹੈ, ਬਾਕੀ ਸਾਰੇ ਡਰ ਦੇ ਅਧੀਨ ਹੈ। ਕੋਈ ਨਾ ਕੋਈ ਕਿਸੇ ਨਾ ਕਿਸੇ ਤੋਂ ਡਰ ਰਿਹਾ, ਭਾਵੇਂ ਉਹ ਰਾਜਾ ਹੈ, ਭਾਵੇਂ ਉਹ PM ਹੈ, CM ਹੈ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਦਾ ਡਰ ਹੈ। ਮਰਦ ਕਹਿੰਦੇ ਤੁਸੀਂ ਉਹਦਾ ਸੁਹੇਲਾ ਗਾਉਣਾ ਹੈ ਜਿਹੜਾ ਨਿਰਭਉ ਹੈ, ਨਿਡਰ ਹੈ, ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਮਰਦ ਕਹਿੰਦੇ ਬੰਦਿਆਂ ਦੀ ਉਸਤਤ ਨਹੀਂ ਕਰਨੀ, ਕਿਸੇ ਰਾਜਿਆਂ ਦੀ ਉਸਤਤ ਨਹੀਂ ਕਰਨੀ, ਦੁਨੀਆ ਨਾ ਸਲਾਹੇ, ਕਹਿੰਦੇ ਦੁਨੀਆ ਦੀ ਸਿਫਤ ਸਲਾਹ ਨਾ ਬੰਦਿਆ ਕਰ। ਜੋ ਮਰ ਵੰਜ ਸੀ ਜਿਨ੍ਹਾਂ ਨੇ ਕੱਲ੍ਹ ਨੂੰ ਮਰ ਜਾਣਾ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਕਹਿੰਦੇ ਜਿਨ੍ਹਾਂ ਨੇ ਕੱਲ੍ਹ ਨੂੰ ਰਾਖ ਹੋ ਜਾਣਾ, ਉਹਨਾਂ ਦੀ ਸਿਫਤ ਸਲਾਹ ਕਰਨ ਦਾ ਸਾਨੂੰ ਫਾਇਦਾ ਵੀ ਕੀ ਹੈ। ਤੁਸੀਂ ਉਹਨੂੰ ਜਪੋ ਜਿਹੜਾ ਨਿਰਭਉ ਹੈ, ਜਪੋਗੇ ਤੁਹਾਡੇ ਅੰਦਰੋਂ ਵੀ ਭਉ ਦੂਰ ਹੋਏਗਾ। ਨਿਰਭਉ ਜਪੈ ਸਗਲ ਭਉ ਬੇਟਾ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਉਸ ਨਿਰਭਉ ਦੇ ਸੁਹੇਲੇ ਨੂੰ ਗਾਉਣਾ, ਹੋਰ ਕਿਸੇ ਦੀ ਦੁਨਿਆਵੀ ਬੰਦੇ ਦੀ ਉਸਤਤ ਨਹੀਂ ਕਰਨੀ ਹੈ। ਹਉ ਬਾਰੀ ਜਿਤ ਸੁਹਿਲਾ ਸਦਾ ਸੁਖ ਹੋਏ, ਮੈਂ ਬਲਿਹਾਰ ਵਾਦੀ ਕਰਨਾ ਉਸ ਨਾਮ ਤੋਂ ਜਿਹੜੇ ਨਾਮ ਲਿਆ ਸਦਾ ਸੁਖ ਹੁੰਦਾ ਹੈ। ਸੁਹੇਲਾ ਖੁਸ਼ੀ ਦਾ ਗੀਤ, ਖੁਸ਼ੀ ਦਾ ਗੀਤ ਹੀ ਹੈ ਬਾਣੀ। ਦਾਸ ਨੇ ਅੱਗੇ ਕਈ ਵਾਰੀ ਬੇਨਤੀ ਕੀਤੀ ਹੈ, ਇੱਕ ਸ਼ਬਦ ਹੈ ਜਿਹੜਾ ਅਸੀਂ 3 ਸਮਿਆਂ ਤੇ ਪੜ੍ਹਦੇ ਹਾਂ, ਉਹ ਖੁਸ਼ੀ ਦਾ ਸ਼ਬਦ ਹੀ ਹੈ। ਉਹ 3 ਸਮੇਂ ਕਿਹੜੇ ਨੇ? ਜਦੋਂ ਬੱਚਾ ਜਨਮ ਲੈਂਦਾ ਹੈ, ਕਈ ਸਰੀਰ ਨਾਲ ਅਰਦਾਸ ਕਰਾਉਂਦੇ, ਇਹ ਵੀ ਬੜੀ ਵੱਡੀ ਦਾਤ ਹੈ ਕਿ ਕਿਸੇ ਦੇ ਘਰੇ ਕੋਈ ਔਲਾਦ ਨਹੀਂ ਹੈ ਤੇ ਉਹ ਆ ਕੇ ਅਰਦਾਸ ਕਰਦੇ, ਗੁਰੂ ਕਿਰਪਾ ਕਰਦੇ ਨੇ। ਤੇ ਜਦੋਂ ਬੱਚਿਆਂ ਦੀ ਦਾਤ ਬੱਚੇ ਦੀ ਮਿਲ ਜਾਂਦੀ ਹੈ, ਫਿਰ ਉਹ ਸਿੱਖ ਮਹਾਰਾਜ ਦਾ ਸ਼ੁਕਰਾਨਾ ਜ਼ਰੂਰ ਕਰਦਾ ਹੈ, ਸਹਿਜ ਪਾਠ ਕਰਾਉਂਦਾ ਹੈ, ਅਖੰਡ ਪਾਠ ਸਾਹਿਬ ਕਰਾਉਂਦਾ ਹੈ, ਕੀਰਤਨ ਦਰਬਾਰ ਘਰੇ ਕਰਵਾਉਂਦਾ ਹੈ, ਕਥਾ ਕਰਵਾਉਂਦਾ ਹੈ। ਤੇ ਫਿਰ ਇੱਕ ਸ਼ਬਦ ਪੜ੍ਹਿਆ ਜਾਂਦਾ ਅਰਦਾਸ ਤੋਂ ਪਹਿਲਾਂ ਵੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਹ ਖੁਸ਼ੀ ਦਾ ਹੀ ਤੇ ਗੀਤ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਹੀ ਤੇ ਸੁਹੇਲਾ ਹੈ। ਉਦੋਂ ਵੀ ਅਸੀਂ ਇਹ ਸ਼ਬਦ ਗਾਇਆ ਜਦੋਂ ਬੱਚੇ ਦਾ ਜਨਮ ਹੋਇਆ, ਉਹ ਬੱਚਾ ਜਵਾਨ ਹੋ ਗਿਆ ਸੀ, ਉਸ ਬੱਚੇ ਦਾ ਵਿਆਹ ਕਰਨਾ ਹੈ। ਉਦੋਂ ਵੀ ਰਾਗੀ ਸਿੰਘਾਂ ਨੂੰ ਅਸੀਂ ਸੱਦਿਆ, ਜਿੱਥੇ ਨਾਵਾਂ ਦਾ ਪਾਠ ਕੀਤਾ ਜਾਂਦਾ ਉੱਥੇ ਨਾਵਾਂ ਦਾ ਗਾਇਨ ਵੀ ਕੀਤਾ ਜਾਂਦਾ। ਮਰਿਆਦਾ ਜ਼ਰੂਰ ਆਪਣੇ ਧੀ ਪੁੱਤ ਦੇ ਵਿਆਹ ਤੇ ਕੀਰਤਨ ਕਰਵਾਇਓ ਜੀ, ਇਹ ਬੇਨਤੀ ਯਾਦ ਰੱਖਣੀ ਹੈ। ਕੀਰਤਨ ਜ਼ਰੂਰੀ ਹੈ। ਬਚਪਨ ਦੀ ਸ਼ੁਕਰਾਨੇ ਦੇ ਕਥਾ ਕੀਰਤਨ ਇਹਨਾਂ ਦਾ ਇੱਕ ਮਤਲਬ ਹੈ। ਜਦੋਂ ਆਨੰਦ ਕਾਰਜ ਕਰਦੇ ਉਦੋਂ ਵੀ ਕਥਾ ਕੀਰਤਨ ਜ਼ਰੂਰੀ ਹੈ। ਤੇ ਜਦੋਂ ਕੋਈ ਇਨਸਾਨ ਤੁਰ ਜਾਂਦੇ ਉਦੋਂ ਵੀ ਕਥਾ ਕੀਰਤਨ ਦੀ ਮਰਿਆਦਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸਾਨੂੰ ਲਿਖ ਕੇ ਦਿੱਤੀ ਹੈ। ਮਰਦ ਕਹਿੰਦੇ ਆਨੰਦ ਕਾਰਜ ਤੇ ਵੀ ਭਾਈ ਪੜਿਆ ਜਾਂਦਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ, ਅਰਦਾਸ ਕਰਨ ਤੋਂ ਪਹਿਲਾਂ ਉੱਥੇ ਵੀ ਪੜਿਆ ਜਾਂਦਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਮਹਾਰਾਜ ਇਹੀ ਗੱਲ ਕਹਿੰਦੇ ਹੈ,
ਹਉ ਵਾਦੀ ਜਿਤ ਸੋਹੇ ਲੈ ਸਦਾ ਸੋਭ ਹੋਏ। ਉਹਦੇ ਤੋਂ ਵਾਰ ਨਹੀਂ ਜਾਣਾ ਚਾਹੀਦਾ ਵੀ ਅਸੀਂ ਕਿ ਨਾਮ ਲੈਂਦੇ ਆ, ਉਹਦੇ ਬਦਲੇ 'ਚ ਸਾਨੂੰ ਸੁਖ ਮਿਲਦੇ ਹਨ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਨ, ਨਿਤ ਨਿਤ ਜੀੜੇ ਸੰਭਾਲੀਐਣ। ਉਹ ਜਿਹੜਾ ਪ੍ਰਮਾਤਮਾ ਨੂੰ ਜੀਵਾਂ ਨੂੰ ਨਿਤ ਨਿਤ ਸੰਭਾਲਦਾ ਹੈ। ਨੇਤੀ ਸਾਨੂੰ ਅੱਜ ਉਹਨੇ ਉਠਾਇਆ ਤੇ ਅਸੀਂ ਉੱਠੇ ਆ, ਨੇਤੀ ਉਠਾਉਂਦਾ ਸਾਨੂੰ, ਨੇਤੀ ਸਵਾਸ ਦਿੰਦਾ ਹੈ। ਉਹ ਭਾਈ ਸਾਰੇ ਜੀਵਾਂ ਦੀ ਨਿਤ ਸੰਭਾਲ ਕਰਦਾ ਹੈ। ਦੇਖੇਗਾ ਦੇਵਨਹਾਰ। ਉਹ ਦਾਤਾ ਦੇਣ ਵਾਲਾ ਫਿਰ ਦੇਖਦਾ ਵੀ ਹੈ। ਇੱਥੇ ਇਹਦਾ ਅਰਥ ਇਹ ਹੈ ਵੀ ਸਾਰਿਆਂ ਦੀ ਸੰਭਾਲ ਕਰਦੇ, ਪੁੱਤ ਪਾਲਣਾ ਕਰਦਾ। ਜਿਹਨੇ ਪੈਦਾ ਕੀਤਾ ਉਹਨਾਂ ਨੂੰ ਵੇਖ ਰਿਹਾ ਔਰ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਜੀ। ਤੇਰੇ ਦਾਨੇ ਕੀਮਤ ਨਾ ਪਵੈ। ਤੇਰੀਆਂ ਦਾਤਾਂ ਦੀ ਵਾਹਿਗੁਰੂ ਜੀ ਕੀਮਤ ਨਹੀਂ ਪਾਈ ਜਾ ਸਕਦੀ। ਸਾਰਾ ਕੁਝ ਗੁਰਮੁਖੋਂ ਬੋਲਣ 'ਚ ਖਰੀਦਿਆ ਜਾਂਦਾ। ਕੁਝ ਦਾਤਾਂ ਜਿਹੜੀਆਂ ਇਹਨਾਂ ਨੂੰ ਜ਼ੋਰ ਨਾਲ, ਧੱਕੇ ਨਾਲ ਜਾਂ ਪੈਸੇ ਨਾਲ ਨਹੀਂ ਖਰੀਦੀਆਂ ਜਾ ਸਕਦੀ। ਉਹ ਤਰੁੱਠੇਗਾ ਤੇ ਮਿਲਣੀਆਂ। ਦਾਤ ਹੈ ਦਾਤ ਰੱਖੀ ਹੱਥ ਆਪਣਾ ਜਿਸ ਭਾਵੇ ਤਿਸ। ਸਾਡਾ ਤੇ ਤਰਲਾ ਹੀ ਹੈ ਵੀ ਉਹਦੇ ਅੱਗੇ ਅਰਦਾਸ ਕਰੀਏ ਕਿ ਉਹ ਸਾਡੀ ਅਰਦਾਸ ਸੁਣ ਲੇ, ਉਹਨੂੰ ਦਾਤ ਸਾਡੀ ਝੋਲੀ 'ਚ ਪਾ ਦੇ। ਜੇ ਝੋਲੀ 'ਚ ਪਾ ਦੇ ਉਹਦੀ ਕੋਈ ਕੀਮਤ ਨਹੀਂ ਤਾਰ ਸਕਦਾ। ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਮੈਂ ਖੰਡ ਪਾਠ ਸਾਹਿਬ ਸੁੱਖਿਆ ਸੀ ਤੇ ਦਾਤ ਮਿਲੀ। ਖੰਡ ਪਾਠ ਸੁੱਖਣਾ ਕੋਈ ਮਹਾਰਾਜ ਤੇ ਸਹਾਰ ਨਹੀਂ ਕਰਦਾ ਹੈ ਵੀ ਤਾਂ ਇਹ ਦਾਤ ਮਿਲੀ। ਅਸੀਂ ਖੰਡ ਪਾਠ ਸਾਹਿਬ ਸੁੱਖਿਆ ਜਾਂ ਸਹਿਜ ਪਾਠ ਜਾਂ ਕੀਰਤਨ ਦਰਬਾਰ ਕਰਾਉਣਾ ਸੁੱਖਿਆ ਤਾਂ ਮਿਲੀ ਹੈ। ਇਹ ਤੇ ਤਰਲਾ ਹੈ। ਮਹਾਰਾਜ ਜੇ ਤੁਹਾਡੀ ਬਖਸ਼ਿਸ਼ ਵਰਤੇ ਤੇ ਦਾਤ ਮਿਲ ਸਕਦੀ ਹੈ। ਇਹ ਮੈਂ ਬੋਲ ਨਹੀਂ ਜੇ ਖਰੀਦ ਸਕਦਾ ਸਤਿਗੁਰੂ। ਇਹ ਤੇ ਮੇਰਾ ਤੇਰੇ ਅੱਗੇ ਤਰਲਾ ਹੈ। ਮੈਂ ਕਿਸੇ ਰੁਪਈਏ ਨਾਲ ਨਹੀਂ ਤੇ ਜ਼ੋਰ ਵੀ ਮੇਰਾ ਤੇਰੇ ਅੱਗੇ ਕੋਈ ਨਹੀਂ ਹੈ ਵੀ ਤੂੰ ਦੇਏਗਾ ਹੀ ਦੇਏਗਾ। ਹਾਂ ਤਰਸ ਕਰ, ਤੈਨੂੰ ਛੱਡ ਕੇ ਤੇ ਇਹ ਜਾਣਾ ਵੀ ਕਿਤੇ ਵੀ ਨਹੀਂ ਨਾ। ਸਗਲ ਦੁਆਰ ਕੋਈ ਛੱਡ ਕੇ ਗਹਿਓ ਤੁਹਾਡੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ। ਅਸੀਂ ਤੇਰੇ ਦਾਸ ਹੈ, ਸਾਡੀ ਅਰਦਾਸ ਤੇਰੇ ਅੱਗੇ ਹੈ। ਦਾਤਾ ਤੇਰੇ ਹੱਥ 'ਚ ਨੇ, ਕੀਮਤ ਅਸੀਂ ਤਾਰ ਨਹੀਂ ਸਕਦੇ ਹਾਂ। ਤੂੰ ਤਰੁੱਠੇਗਾ ਤੇ ਮਿਲਣੀਆਂ ਹਨ। ਕਵਣ ਸੁਮਾਰ। ਸੁਮਾਰ ਸ਼ਬਦ ਅਰਥ ਕਈ ਵਾਰੀ ਆਪਾਂ ਸ਼ਬਦ ਵਰਤਦੇ ਬੇਸ਼ੁਮਾਰ। ਸੁਮਾਰ ਸ਼ਬਦ ਅਰਥ ਜਿਨ੍ਹਾਂ ਦਾਤਾਂ ਦਾ ਕੋਈ ਅੰਤ ਨਹੀਂ ਹੈ, ਉਹ ਬੇਅੰਤ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਤਿਸ ਦਾਤੇ ਕਵਣ ਸੁਮਾਰ। ਉਸ ਦਾਤੇ ਦੇ ਹੱਥ 'ਚ ਉਹ ਦਾਤਾ ਨੇ ਜਿਨ੍ਹਾਂ ਦਾ ਅੰਤ ਕੋਈ ਨਹੀਂ। ਉਹ ਦੇਣ ਲੱਗਿਆ ਉਹ ਸਮਾਂ ਵੀ ਨਹੀਂ ਲਾਉਂਦਾ ਔਰ ਉਹਦੇ ਘਰੇ ਕੋਈ ਦਾਤ ਦੀ ਘਾਟ ਵੀ ਨਹੀਂ ਹੈ। ਜੋ ਮੰਗੇ ਠਾਕੁਰ ਦੇ ਆਪਣੇ ਤੇ ਸੋਈ ਸੋਈ ਦੇਵ। ਜਿਹੜੀ ਦਾਤ ਜੀਵ ਮੰਗਦੇ, ਸਿੱਖ ਮੰਗਦੇ ਗੁਰੂ ਤੋਂ, ਭਗਤ ਮੰਗਦੇ ਦਾਤੇ ਰੱਬ ਤੋਂ, ਉਹ ਦਾਤ ਮਿਲਦੀ ਹੈ। ਤੇ ਮਹਾਰਾਜ ਕਹਿੰਦੇ ਉਹਨਾਂ ਦਾ ਕੋਈ ਅੰਤ ਨਹੀਂ। ਕਿੰਨੀਆਂ ਕੁ ਦਾਤਾਂ ਉਹਦੇ ਘਰ ਦੇ ਅੰਦਰ ਹਨ। ਸੰਗਤ ਸਾਹਾ ਲਿਖਿਆ। ਸੰਗਤ ਦਾ ਅਰਥ ਸਾਲ। ਸਾਹਾ ਲਿਖਿਆ ਸਾਡੇ ਜਨਮ ਤੋਂ ਪਹਿਲਾਂ ਨਾ ਸਾਡੇ ਜਾਣ ਦਾ ਸਮਾਂ ਲਿਖਿਆ ਹੈ ਜੀ। ਬੱਚੀ ਦਾ ਅਸੀਂ ਵਿਆਹ ਰੱਖਦੇ ਨੇ, ਇੱਕ ਸਾਹੀ ਚਿੱਠੀ ਆਉਂਦੀ ਹੈ ਤੇ ਸਾਹੀ ਚਿੱਠੀ 'ਚ ਪਤਾ ਕੀ ਲਿਖਿਆ ਜਾਂਦਾ ਹੈ? ਭਾਈ ਇਸ ਬੱਚੀ ਦਾ ਨਾਮ ਲਿਖ ਕੇ ਨਾ, ਜਿਸ ਬੱਚੀ ਦਾ ਅਸੀਂ ਆਨੰਦ ਕਾਰਜ ਰੱਖਿਆ ਹੁੰਦਾ, ਵਿਆਹ ਰੱਖਿਆ ਹੁੰਦਾ ਹੈ, ਉਹਦਾ ਨਾਮ ਲਿਖ ਕੇ ਨਾ ਡੇਟ ਲਿਖੀ ਹੁੰਦੀ। ਭਾਈ ਇਸ ਬੱਚੀ ਦਾ ਆਨੰਦ ਕਾਰਜ ਫਲਾਣੇ ਦੇ ਨਾਲ, ਉਹ ਲੜਕੇ ਦਾ ਨਾਮ ਆ ਗਏ, ਇੰਨੀ ਤਰੀਕ ਨੂੰ ਐਸ ਸਾਲ ਐਸ ਵਾਰ ਤੇ ਇੰਨੇ ਵਜੇ ਹੋਏਗਾ। ਉਹ ਸਾਰੇ ਚਿੱਠੀ 'ਚ ਲਿਖਿਆ ਹੁੰਦਾ ਸਾਰਾ ਕੁਝ ਵੀ ਇਸ ਬੱਚੀ ਦਾ ਆਨੰਦ ਕਾਰਜ 2022 ਐਸ ਮਹੀਨੇ 'ਚ ਐਸ ਵਾਰ ਤੇ ਆਨੰਦ ਕਾਰਜ ਦੀ ਤਰੀਕ। ਉੱਥੇ ਸਮਾਂ ਵੀ ਲਿਖਿਆ ਹੁੰਦਾ ਭਾਈ 10 ਵਜੇ। ਉਹ ਵੱਖਰੀ ਗੱਲ ਹੈ ਵੀ 4 ਵਜੇ ਵੀ ਆਉਂਦਾ ਹੈ ਔਰ ਉਹਦੇ ਤੇ ਲਿਖਿਆ ਹੁੰਦਾ ਵੀ 10 ਵਜੇ। ਰੱਬ ਨੇ ਸਮਾਂ ਸਾਨੂੰ ਲਿਖ ਕੇ ਦਿੱਤਾ। ਉਹਨੇ ਜੇ 10 ਵਜੇ ਲਿਖਿਆ ਤਾਂ 4 ਵਜੇ ਨਹੀਂ ਸਾਨੂੰ ਲੈਣ ਆਏਗਾ। ਉਹਨੇ 10 ਵਜਣ ਤੋਂ 1 ਮਿੰਟ ਪਹਿਲਾਂ ਸਾਡੇ ਸਿਰਹਾਣੇ ਆਣ ਕੇ ਖੜ ਜਾਣਾ। ਸਮਾਂ ਲਿਖਿਆ। ਇੱਕ ਸ਼ਬਦ ਬਾਬਾ ਫਰੀਦ ਜੀ ਦਾ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ। ਕਹਿੰਦੇ ਜਦੋਂ ਜਿੰਦ ਆਈ ਨਾ ਸੰਸਾਰ ਤੇ ਜਾਣ ਦਾ ਸਾਹ ਪਹਿਲਾਂ ਹੀ ਲਿਖਿਆ ਸਮਾਂ। ਮਹਾਰਾਜ ਕਹਿੰਦੇ ਨੇ ਸੰਬਤ ਸਾਹ ਲਿਖਿਆ
ਜਿਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੌਤ ਦਾ ਫਰਿਸ਼ਤਾ ਮਲਕ ਨੂੰ ਕਹਿੰਦੇ ਆ ਮਲਕਲ ਮੌਤ ਜਾ ਉਸੀ ਸਭ ਦਰਵਾਜ਼ੇ ਭਾਨਾ ਮਰਦ ਕਹਿੰਦੇ ਮਲਕ ਜੇ ਕੰਨੀ ਸੁਣੀ ਦਾ ਬੋਹ ਦਿਖਾਲੇ ਆਏ ਜਿੰਦ ਨੇ ਬਾਣੀ ਕੱਢੀਏ ਹੱਡਾ ਕੂਕੜ ਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਬਹੁਟੀ ਮਰਨ ਵਾਦ ਲੈ ਜਾਸੀ ਪਰ ਨਾਇਓ ਸਾਲ ਲਿਖਿਆ ਇਹਨਾਂ ਕਹਿੰਦੇ ਸਾਡੀ ਜਿੰਦ ਨੂੰ ਮੌਤ ਰੂਪੀ ਫਰਿਸ਼ਤੇ ਨੇ ਇੱਕ ਦਿਨ ਵਰ ਕੇ ਲੈ ਜਾਣਾ ਔਰ ਉਹ ਸਮਾਂ ਲਿਖਿਆ ਹੋਇਆ ਹੈ ਉਹ ਸਮਾਂ ਟਲਣ ਵਾਲਾ ਨਹੀਂ ਹੈ ਰੱਬ ਨੇ ਜਿਹੜਾ ਸਮਾਂ ਲਿਖਿਆ ਉਸ ਸਮੇਂ ਸਾਨੂੰ ਜਾਣਾ ਪੈਣਾ ਹੈ ਜਿੰਦ ਰੂਪੀ ਵਹੁਟੀ ਨੂੰ ਮੌਤ ਰੂਪੀ ਫਰਿਸ਼ਤੇ ਨੇ ਇੱਕ ਦਿਨ ਵਰ ਕੇ ਲੈ ਜਾਣਾ ਸਾਡੇ ਜਾਣ ਦਾ ਸਮਾਂ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਹੈ ਅਨਕ ਜਤਨ ਕਾਦ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਸਤਿਗੁਰੂ ਕਹਿੰਦੇ ਬੰਦਿਆਂ ਤੂੰ ਆਪਣਾ ਮਰਨਾ ਲਿਖਾ ਕੇ ਆਏ ਅਸੀਂ ਕਿਸ ਸਾਲ ਕਿਸ ਮਹੀਨੇ ਕਿਸ ਵਾਰ ਕਿੰਨੇ ਵਜੇ ਜਾਣਾ ਹੈ ਰੱਬ ਨੇ ਲਿਖਿਆ ਜਦੋਂ ਸਾਹੀ ਚਿੱਠੀ ਬੱਚੀ ਵੇਖੋ ਜੀ ਮਹਾਰਾਜ ਗੱਲ ਵਿਆਹ ਦੀ ਕਰ ਰਹੇ ਨੇ ਉਦਾਹਰਨ ਮੌਤ ਦੀ ਹੈ ਸੰਬਤ ਸਾਹਾ ਲਿਖਿਆ ਅਗਲੇ ਬਚਨ ਨੇ ਮੇਲ ਕਾਰ ਪਾਗ ਹੋ ਤੇਲ ਆ ਬੀਬੀਆਂ ਨੂੰ ਪਤਾ ਜਦੋਂ ਸਾਹੀ ਚਿੱਠੀ ਆ ਜਾਂਦੀ ਹੈ ਨਾ ਲੜਕੇ ਵਾਲੇ ਘਰੋਂ ਉਹ ਰਾਜਾ ਲੈ ਕੇ ਆਉਂਦੇ ਸਾਹੀ ਚਿੱਠੀ ਨਾਈ ਕਹਿ ਦਿੰਦੇ ਅਸੀਂ ਪ੍ਰਾਤਨ ਸਮੇਂ ਤੋਂ ਲੈ ਕੇ ਆਉਂਦਾ ਹੈ ਤੇ ਫਿਰ ਉਹ ਬੱਚੀ ਦੇ ਸਿਰ 'ਚ ਨਾ ਮਾਹੀਏ ਕੱਢੇ ਜਾਂਦੇ ਸੀ ਤੇਲ ਪਾਇਆ ਜਾਂਦਾ ਸੀ 3-4 ਦਿਨ ਪਹਿਲਾਂ ਵਿਆਹ ਤੋਂ ਬੀਬੀਆਂ ਭੈਣਾਂ ਨਾ ਆਂਢ ਗੁਆਂਢ ਦੀਆਂ ਮਿਲ ਕੇ ਬੱਚੀ ਦੇ ਸਿਰ 'ਚ ਤੇਲ ਪਾਉਂਦੀਆਂ ਤੇ ਤੇਲ ਪਾਉਣ ਦਾ ਮਤਲਬ ਇਹ ਵੀ ਹੁਣ 4 ਦਿਨਾਂ ਨੂੰ ਇਹਨੇ ਤੁਰ ਜਾਣਾ 2-4 ਦਿਨ ਹੀ ਇਹਦੇ ਕੋਲ ਬਾਕੀ ਹੈ ਤੇ ਮਹਾਰਾਜ ਕਹਿੰਦੇ ਆਓ ਜੀਵ ਰੂਪੀ ਸਹੇਲਿਓ ਆਪਾਂ ਸੰਗਤ 'ਚ ਬੈਠ ਕੇ ਰੱਬ ਨੂੰ ਯਾਦ ਕਰੀਏ ਤੇ ਤੁਸੀਂ ਮੇਰੇ ਸਿਰ 'ਚ ਤੇਲ ਪਾਓ ਵੀ ਹੁਣ ਮੈਂ ਚਲੇ ਜਾਣਾ ਵੀ ਮੈਨੂੰ ਸੀਸਾਂ ਦਿਓ ਅਗਲੇ ਬਚਨ ਇਹੀ ਹੋਣੇ ਆ ਅਲਾੜੀਆਂ ਬਾਣੀ 'ਚ ਮਹਾਰਾਜ ਦੇ ਬਚਨ ਨੇ ਆਪ ਉਹ ਮਿਲੋ ਸਹੇਲਿਓ ਸਚੜਾ ਨਾਮ ਲੈ ਹਾਂ ਆਓ ਸਹੇਲਿਓ ਜੀਵ ਰੂਪੀ ਇਸਤਰੀਓ ਬੈਠ ਕੇ ਆਪਾਂ ਨਾ ਸੱਚੇ ਦਾ ਨਾਮ ਲਈਏ ਬੜੇ ਪਿਆਰੇ ਬੋਲ ਨੇ ਵੀ ਇਹ ਸਾਰੀਆਂ ਜੀਵ ਰੂਪੀ ਇਸਤਰੀਆਂ ਪਤੀ ਸਾਡਾ ਇੱਕ ਹੀ ਉਹ ਪ੍ਰਮਾਤਮਾ ਹੈ ਆਪ ਉਹ ਮਿਲੋ ਸਹੇਲੀ ਜੋ ਸਚੜਾ ਨਾਮ ਲਏ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲਿਆ ਰੋਣਾ ਉਹਨੂੰ ਨਹੀਂ ਜਿਹੜਾ ਸਰੀਰਕ ਤੌਰ ਤੇ ਚਲਾ ਗਿਆ ਰੋਈਏ ਉਹਨੂੰ ਵੀ ਇਹ ਰੱਬ ਨਾਲੋਂ ਵਿਛੜਿਆ ਕੋਈ ਰੋਇਆ ਵੀ ਮੈਂ ਰੱਬ ਨਾਲੋਂ ਵਿਛੜਿਆ ਮਿਲਣਾ ਚਾਹੀਦਾ ਕਿ ਮੇਰੇ ਅੰਦਰ ਤੇ ਵਿਰਾਗ ਪੈਦਾ ਹੋ ਗਿਆ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਕਹਿੰਦੇ ਇਹ ਵਿਰਾਗ ਸਾਡੇ ਅੰਦਰ ਫੁੱਟਣਾ ਵੀ ਚਾਹੀਦਾ ਜਿਹਦੇ ਅੰਦਰ ਇਹ ਬਿਰਹਾ ਪੈਦਾ ਹੀ ਨਹੀਂ ਹੋਇਆ ਵੀ ਰੱਬ ਨੂੰ ਮਿਲਣਾ ਮਹਾਰਾਜ ਕਹਿੰਦੇ ਉਹ ਜਿਉਂਦਿਆਂ ਵੀ ਸ਼ਮਸ਼ਾਨ ਘਾਟ 'ਚ ਪਿਆ ਹੋਇਆ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਉਹਨੂੰ ਸਮਝੋ ਵੀ ਉਹ ਮਸਾਨਾ 'ਚ ਪਿਆ ਹੋਇਆ ਉਹ ਸ਼ਮਸ਼ਾਨ ਘਾਟ 'ਚ ਟਿਕਿਆ ਹੋਇਆ ਵਿਰਾਗ ਫੁੱਟਣਾ ਚਾਹੀਦਾ ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸੀਂ ਰੱਬ ਨੂੰ ਜਪੀਏ ਸੰਭਾਲੀਏ ਤੇ ਉਸ ਰਸਤੇ ਨੂੰ ਤੱਕੀਏ ਜਿੱਥੇ ਬਹੁਤ ਤੁਰ ਗਏ ਨੇ ਸਾਡੇ ਤੋਂ ਪਹਿਲਾਂ ਅਸਾਂ ਭੇ ਉੱਥੇ ਜਾਣਾ ਅਸੀਂ ਵੀ ਇੱਕ ਦਿਨ ਜਾਣਾ ਹੀ ਹੈ ਬਹੁਤ ਤੁਰ ਗਏ ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਨ ਹੱਬ ਬੈਠੇ ਕਿਤੇ ਬੈਠ ਗਿਆ ਸਾਡੇ ਤੋਂ ਪਹਿਲਾਂ ਕਿੰਨਾ ਕੁ ਤੁਰ ਗਏ ਕਿੰਨੇ ਜਿਉ ਰਹੇ ਨੇ ਕੱਲ ਤੋਂ ਇਹਨਾਂ ਤੁਰ ਜਾਣਾ ਸਾਡੇ ਤੋਂ ਬਾਅਦ ਬਹੁਤ ਨੇ ਸੰਸਾਰ ਤੇ ਹੋਣਾ ਹੈ ਕਿੰਨੇ ਕੁ ਚਲੇ ਗਏ ਨੇ ਇਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ ਅਸੀਂ ਹਾਂ ਚਲੋ ਇਹ ਗਿਣਤੀ ਹੈਗੀ ਹੈ ਵੀ ਉਹ ਕਹਿੰਦੇ ਵੀ ਭਾਈ ਇੰਡੀਆ ਦੀ ਇੰਨੀ ਗਿਣਤੀ ਹੋ ਗਈ 100 ਅਸੀਂ 30-35 ਕਰੋੜ ਦੇ ਨੇੜੇ ਹੋ ਗਿਆ ਇਹ ਤੇ ਗਿਣਤੀ ਜਿਉਂਦਿਆਂ ਦੀ ਗਿਣਤੀ ਹੋ ਸਕਦੀ ਗਿਆਨ ਨੂੰ ਨਹੀਂ ਜੋ ਕੋਈ ਗਿਣ ਸਕਦਾ ਕਿੰਨੇ ਕੁ ਚਲੇ ਗਏ ਤੇ ਕਿੰਨਿਆਂ ਕਣਿਆਉਣਾ ਇਹ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅੱਗੇ ਜਿਹੜੇ ਅੰਕੜੇ ਹੁੰਦੇ ਸੀ ਨਾ ਉਹ ਜਨਮ ਵੱਧ ਹੁੰਦਾ ਸੀ ਮੌਤ ਘੱਟ ਹੁੰਦੀ ਸੀ ਹੁਣ ਜਨਮ ਘੱਟ ਹੁੰਦਾ ਮੌਤ ਵੱਧ ਹੁੰਦੀ ਹੈ ਇੱਕ ਘਰ ਦੇ ਅੰਦਰ 15-15 ਜੀ ਹੈਗੇ ਨੇ ਤੇ ਹੁਣ ਅਗਲਾ ਬੱਚਾ ਤੇ ਕੀ ਜਨਮ ਤੇ ਕੀ ਉਸ ਘਰ ਦੇ ਅੰਦਰ ਹੁੰਦਾ ਤੇ ਜਾਣਾ ਉਸ ਘਰ ਦੇ ਵਿੱਚੋਂ 15 ਜਾਣਿਆਂ ਨੇ ਹੁਣ ਜਿਹੜੇ ਅੰਕੜੇ ਬਦਲ ਕੇ ਹੁਣ ਜਨਮ ਘੱਟ ਹੁੰਦੇ ਮੌਤ ਜ਼ਿਆਦਾ ਹੋ ਰਹੀ ਹੈ ਅੱਗੇ ਜਨਮ ਜ਼ਿਆਦਾ ਹੁੰਦੇ ਸੀ ਮੌਤ ਘੱਟ ਹੁੰਦੀ ਸੀ ਮਰਦ ਕਹਿੰਦੇ ਭਾਈ ਆਓ ਸਿਰ 'ਚ ਤੇਲ ਪਾਓ ਸਹੇਲਿਓ ਵੀ ਇੱਕ ਦਿਨ ਜਾਣਾ ਇਹ ਆਣ ਕੇ ਬੈਠ ਕੇ ਸਾਡੇ ਘਰੇ ਪਹੁੰਚ ਕਰਕੇ
ਸੱਜਣ ਅਸੀਸੜੀਆਂ ਸਾਨੂੰ ਆ ਕੇ ਅਸੀਸਾਂ ਦੇਣਾ ਕਰੋ। ਜੋ ਹੋਵੈ ਸਾਹਿਬ ਸੋ ਮੇਲ ਜਿਉਂ ਸਾਹਿਬ ਸਿਓ ਮੇਲ ਹੋ ਜੇ, ਵੀ ਰੱਬ ਨਾਲ ਮਿਲਾਪ ਹੋ ਜੇ। ਅਸੀਂ ਸੀਸ ਕੀ ਦਿੰਦੇ? ਤੁਸੀਂ ਕਿਸੇ ਨੂੰ ਮਿਲਣ ਜਾਇਓ ਤੇ ਸਿਰ ਤੇ ਹੱਥ ਰੱਖ ਕੇ ਕਹਿ ਦਿਓ ਵੀ ਪੁੱਤਰ ਤੂੰ ਲੰਮੀ ਉਮਰ ਮਾਣੇ। ਮੇਰੇ ਕਹਿਣ ਨਾਲ ਉਹਨੇ ਪੁੱਤਰ ਦੀ ਲੰਮੀ ਉਮਰ ਨਹੀਂ ਜੋੜੀ। ਉਹਦੇ ਮਹਾਰਾਜ ਕਹਿੰਦੇ ਆ ਵੀ ਜਨਮ ਤੋਂ ਪਹਿਲਾਂ ਸਮਾਂ ਲਿਖ ਦਿੱਤਾ ਕਿੰਨਾ ਚਿਰ ਰਹਿਣਾ, ਤੇ ਮਹਾਰਾਜ ਨੇ ਲਿਖ ਕੇ ਦਿੱਤਾ ਦੇ ਅਸੀਸਾਂ ਸੇ ਮਨ ਜਾਏ। ਦੂਜਿਆਂ ਦੇ ਸਿਰ ਤੇ ਹੱਥ ਰੱਖ ਕੇ ਲੰਮੀ ਉਮਰ ਦੀਆਂ ਅਸੀਸਾਂ ਦੇਣ ਵਾਲਿਆਂ ਨੂੰ ਪਤਾ ਨਹੀਂ ਵੀ ਅੱਜ ਸ਼ਾਮ ਤੱਕ ਉਹਨਾਂ ਨੇ ਆਪ ਤੁਰ ਜਾਣਾ। ਮੈਂ ਮਰ ਜਾਣਾ, ਮੈਂ ਦੂਸਰੇ ਨੂੰ ਕਿਵੇਂ ਲੰਮੀ ਉਮਰ ਦੀ ਅਸੀਸ ਦੇ ਸਕਦਾ? ਮਰਨ ਵਾਲਾ ਬੰਦਾ ਕਿਸੇ ਨੂੰ ਅਮਰ ਨਹੀਂ ਜੇ ਕਰ ਸਕਦਾ। ਅਮਰ ਉਹ ਕਰ ਸਕਦਾ ਜਿਹੜਾ ਮਰਦਾ ਨਹੀਂ ਹੈ। ਤੇ ਉਹ ਦੋ ਹਸਤੀਆਂ ਨੇ, ਇੱਕ ਗੁਰੂ ਤੇ ਇੱਕ ਰੱਬ, ਜਿਹੜਾ ਕਦੇ ਮਰਦਾ ਨਹੀਂ। ਸਾਨੂੰ ਉਮਰ ਉਹ ਦੇਣ ਵਾਲੇ ਆ। ਮੇਰੇ ਹਿਸਾਬ ਨਾਲ ਤੇ ਕਦੇ ਤੁਸੀਂ ਆਪ ਜੀ ਆਉਣੇ ਆ, ਮੈਂ ਹੀ ਤੇ ਰੋਜ਼ ਕਹਾਂ ਮਹਾਰਾਜ ਮੇਰੀ ਲੰਮੀ ਉਮਰ ਕਰ ਦਿਓ, ਮੇਰੇ ਬੱਚਿਆਂ ਦੀ ਲੰਮੀ ਉਮਰ ਕਰ ਦਿਓ, ਤੇ ਮਹਾਰਾਜ ਨੇ ਮੈਨੂੰ ਕਹਿਣਾ ਵੀ ਤੂੰ ਇਹਦਾ ਮਤਲਬ ਅਜੇ ਅਗਿਆਨੀ ਹੈ, ਵੀ ਤੈਨੂੰ ਇਸ ਗੱਲ ਦੀ ਅਜੇ ਸਮਝ ਨਹੀਂ ਹੈ ਵੀ ਜਨਮ ਤੋਂ ਪਹਿਲਾਂ ਰੱਬ ਨੇ ਮੌਤ ਲਿਖੀ ਹੈ। ਉਹ ਭਾਵੇਂ ਮੈਂ ਹੈ ਜਾਂ ਮੇਰਾ ਪਰਿਵਾਰ ਹੈ ਜਾਂ ਸੰਸਾਰ ਹੈ ਜਾਂ ਕੁਝ ਵੀ ਹੈ। ਹਾਂ, ਕਹਿਣਾ ਇਹ ਚਾਹੀਦਾ ਸਤਿਗੁਰੂ ਦੀ ਜਿੰਨਾ ਕੁ ਸਮਾਂ ਜਿਹਨੂੰ ਬਖਸ਼ਿਆ ਤੇ ਤੇਰੀ ਯਾਦ ਦੇ ਅੰਦਰ ਬਤੀਤ ਹੋਣਾ ਚਾਹੀਦਾ। ਸਾਨੂੰ ਪਤਾ ਹੈ ਮੌਤ ਸਾਰਿਆਂ ਦੀ ਲਿਖੀ ਹੈ। ਜਨਮ ਤੋਂ ਪਹਿਲਾਂ ਜਿਹੜੇ ਗੁਰੂ ਨੇ ਲਿਖ ਕੇ ਦਿੱਤਾ ਉਹਦੇ ਅੱਗੇ ਅਸੀਂ ਲੰਮੀ ਉਮਰ ਦੀਆਂ ਅਰਦਾਸਾਂ ਕਰਦੇ ਆ। ਜਿਹਦੇ ਕੋਲ ਜਿੰਨਾ ਸਮਾਂ ਗੁਰਮੁਖ ਉਹਨਾਂ ਸਮਾਂ ਉਹ ਸੰਸਾਰ ਤੇ ਰਹਿ ਸਕਦਾ। ਉਹ ਕਿਸੇ ਦਾ ਬਚਪਨ ਹੋ ਸਕਦਾ, ਬਚਪਨ 'ਚ ਵੀ ਕੋਈ ਚਲਾ ਜਾਂਦਾ ਹੈ। ਥੋੜ੍ਹੇ ਦਿਨ ਪਹਿਲਾਂ ਫੋਨ ਆਇਆ ਮੈਨੂੰ ਕਿਸੇ ਪਿੰਡੋਂ, ਕਹਿੰਦੇ ਬਾਬਾ ਜੀ 2 ਦਿਨ ਦੀ ਬੱਚੀ ਚੜ੍ਹਾਈ ਕਰ ਗਈ, ਇਹਦਾ ਸੰਸਕਾਰ ਕਰਨਾ ਚਾਹੀਦਾ, ਜਾਂ ਪਾਣੀ 'ਚ ਰੋੜ ਆਈਏ ਜਾਂ ਧਰਤੀ 'ਚ ਦੱਬ ਦਈਏ। ਤੇ ਮੈਂ ਬੇਨਤੀ ਕੀਤੀ ਜੀ ਰਹਿਤ ਮਰਿਆਦਾ 'ਚ ਲਿਖਿਆ ਬੱਚਾ ਜਿੱਡਾ ਮਰਜ਼ੀ ਛੋਟਾ ਹੋਵੇ ਉਹਦਾ ਸੰਸਕਾਰ ਹੀ ਕਰਨਾ ਚਾਹੀਦਾ। ਇਹਦਾ ਮਤਲਬ ਹੈ ਕਿਸੇ ਕੋਲ 2 ਦਿਨ ਦਾ ਵੀ ਸਮਾਂ ਹੈ, ਕਿਸੇ ਕੋਲ 2 ਮਹੀਨਿਆਂ ਦਾ, 2 ਸਾਲਾਂ ਦਾ, ਹੋ ਸਕਦਾ ਕਿਸੇ ਕੋਲ 100 ਸਾਲ ਦਾ ਵੀ ਸਮਾਂ ਹੋਵੇ। ਇਹ ਤੇ ਮਹਾਰਾਜ ਦਾ ਸਾਨੂੰ ਜੀਵਨ ਵੀ ਪ੍ਰੈਕਟੀਕਲ ਵੀ ਜੀਵਨ ਮਹਾਰਾਜ ਦਾ ਸਾਡੇ ਕੋਲ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਅਥਾਹ ਗਿਆਨ ਹੈ ਜੋ ਅਸੀਂ ਰੋਜ਼ਾਨਾ ਹੀ ਹਰੇਕ ਸਮੇਂ ਸਾਂਝਾ ਕਰਦੇ ਹਾਂ। ਮਹਾਰਾਜ ਕਹਿੰਦੇ ਅਸੀਸਾਂ ਨੂੰ ਅਸੀਸਾ ਇਹ ਨਹੀਂ ਵੀ ਮੇਰੀ ਲੰਮੀ ਉਮਰ ਹੋ ਜੇ। ਇਹ ਸ਼ਬਦ ਨਾ ਕਿਸੇ ਦੇ ਜਾਣ ਤੋਂ ਬਾਅਦ ਪੜਿਆ ਜਾਂਦਾ ਹੈ। ਉੱਥੇ ਕਿਹੜੀ ਅਸੀਸ ਹੁੰਦੀ ਹੈ? ਰੱਬ ਨਾਲ ਮਿਲ ਜੇ, ਬਸ ਇਸ ਕਰਕੇ ਪੜਿਆ ਜਾਂਦਾ। ਹਰੇਕ ਬੋਲਣ ਵਾਲਾ ਅੰਤਮ ਅਰਦਾਸ ਤੇ ਪੰਕਤੀਆਂ ਜ਼ਰੂਰ ਪੜ੍ਹਦੇ। ਸ਼ਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਉਹ ਕਿਹਾ ਜਾਂਦਾ ਸੰਗਤ ਜੀ ਤੁਸੀਂ 400-500 ਸਰੀਰ ਬੈਠੇ ਹੋ, ਤੁਸੀਂ ਅੱਜ ਵਿਛੜੀ ਆਤਮਾ ਨੂੰ ਇੱਕ ਅਸੀਸ ਦਿਓ। ਉਹ ਆਪਣੇ ਕਰਮਾਂ ਕਰਕੇ ਰੱਬ ਨਾਲ ਨਹੀਂ ਮਿਲ ਸਕਦੇ, ਉਹ ਜੰਮਣ ਮਰਨ ਤੋਂ ਨਹੀਂ ਬਚ ਸਕਦਾ। ਤੁਹਾਡੀ ਅਸੀਸ ਉਹਨੂੰ ਰੱਬ ਦੇ ਘਰੇ ਪ੍ਰਵਾਨ ਕਰਾ ਸਕਦੀ ਹੈ। ਇਹ ਮਹਾਰਾਜ ਨੇ ਸਾਨੂੰ ਮਰਿਆਦਾ ਦਿੱਤੀ ਹੈ। ਕਿਸੇ ਦੀ ਅੰਤਮ ਅਰਦਾਸ ਤੇ ਵੱਡੀ ਗਿਣਤੀ 'ਚ ਇਕੱਠੇ ਹੋਣ ਦਾ ਕਾਰਨ ਇਹ ਹੀ ਹੈ ਵੀ ਜਿਹੜਾ ਚਲਾ ਗਿਆ ਉਹਦੇ ਵਾਸਤੇ ਅਰਦਾਸ ਕਰੀਏ ਮਹਾਰਾਜ ਜੀ ਨੂੰ ਬਖਸ਼ ਕੇ ਆਪਣੇ ਚਰਨਾਂ 'ਚ ਨਿਵਾਸ ਦਿਓ। ਜੇ ਰੱਬ ਇਨਸਾਫ ਕਰਨ ਤੇ ਆਵੇ ਨਾ, ਦਾਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅਸੀਂ ਫਿਰ ਨਹੀਂ ਜੇ ਬਖਸ਼ੇ ਜਾ ਸਕਦੇ। ਰੱਬ ਮਾਫ ਕਰਨ ਤੇ ਆ ਜੇ ਤੇ ਅਸੀਂ ਉਹਦੇ ਚਰਨਾਂ 'ਚ ਪ੍ਰਵਾਨ ਹੋ ਸਕਦੇ ਹਾਂ। ਮਨੁੱਖ ਬਹੁਤ ਪਾਪ ਕਰਦਾ ਹੈ। ਉਹ ਦਾਸ ਨੇ ਇੱਕ ਦਿਨ ਅੱਗੇ ਬੇਨਤੀ ਕੀਤੀ, ਇੱਕ ਫਕੀਰ ਹੈ, ਉਹਨੂੰ ਫਾਂਸੀ ਲੱਗਣ ਲੱਗੀ ਤੇ ਕਹਿੰਦਾ ਜੀ ਮੈਂ ਪਾਪ ਹੀ ਕੋਈ ਨਹੀਂ ਕੀਤਾ। ਰੱਬ ਕਹਿੰਦਾ ਬਹੁਤ ਕੀਤੇ ਹੈ। ਕਹਿੰਦਾ ਜੀ ਵਿਖਾਓ। ਤੇ ਰੱਬ ਨੇ ਇੱਕ ਸਕਰੀਨ ਚਲਾਤੀ ਸਾਹਮਣੇ, ਕਹਿੰਦਾ ਤੇਰੇ ਕੀਤੇ ਹੋਏ ਨੇ। ਇਹ ਸਾਡੇ ਸਾਰਿਆਂ ਦੇ ਸਾਹਮਣੇ ਚੱਲਣੀ ਹੈ। ਜਦੋਂ ਲੇਖਾ ਰੱਬ ਭੰਗੇ ਸੀਗਾ ਬੈਠਾ ਕੱਢ, ਵਈ ਸਾਰਾ ਕੁਝ ਵਿਖਾਉਣਾ ਪਿਆ ਕੀਤਾ। ਬਹੁਤੇ ਪਾਪ ਉਹ ਜਿਹੜੇ ਨਾ ਸੰਸਾਰ ਨੂੰ ਪਤਾ ਨਾ ਪਰਿਵਾਰ ਨੂੰ ਪਤਾ, ਉਹ ਸਾਨੂੰ ਹੀ ਪਤਾ ਜਿਹੜੇ ਅਸੀਂ ਕਰ ਚੁੱਕੇ ਆ। ਉਹ ਮੇਰੇ ਕੋਲ ਬੈਠੇ ਸਰੀਰ ਨੂੰ ਵੀ ਨਹੀਂ ਪਤਾ। ਉਹ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਛੁਪਾਏ, ਉਹ ਅਸੀਂ ਰੱਬ ਤੋਂ ਵੀ ਛੁਪਾਏ, ਤੇ ਉਹ ਰੱਬ ਨੇ ਸਾਹਮਣੇ ਵਿਖਾ ਦੇਣੇ ਜਿੱਦਣ ਚਲੇ ਗਏ। ਉਹ ਫਕੀਰ ਕਹਿੰਦਾ ਜੀ ਇਨਸਾਫ ਕਰੋ, ਇਨਸਾਫ ਕਰੋ। ਉਹਨੂੰ ਫਾਂਸੀ ਵੀ ਹੋ ਜਾਂਦੀ, ਉਹ ਨਰਕਾਂ 'ਚ ਵੀ ਪੈ ਜਾਂਦਾ। ਕਹਿੰਦਾ ਰੱਬ ਜੀ ਤੁਸੀਂ ਇਨਸਾਫ ਨਹੀਂ ਕੀਤਾ। ਤੇ ਉਥੋਂ ਰੱਬ ਨੇ ਅੱਗੋਂ ਆਕਾਸ਼ਬਾਣੀ ਹੋਈ, ਕਹਿੰਦੇ ਤੂੰ ਤੇ ਕਹਿੰਦਾ ਤੇ ਹੁਣ ਇਨਸਾਫ ਕਰੋ, ਇਨਸਾਫ ਕਰੋ। ਇਨਸਾਫ ਤੇ ਵੀ ਰਹੀ ਹੈ, ਤੂੰ ਨਰਕਾਂ 'ਚ ਪੈਣਾ। ਜੇ ਕਿਤੇ ਇੱਕ ਵਾਰੀ ਕਹਿ ਦਿਓ ਤੂੰ ਤਾਂ ਮੈਨੂੰ ਮਾਫ ਕਰੋ, ਮਾਫ ਕਰੋ, ਫਿਰ ਤੈਨੂੰ ਅਸੀਂ ਆਪਣੇ ਚਰਨਾਂ 'ਚ ਪ੍ਰਵਾਨ ਕਰ ਦੇਣਾ ਹੈ। ਜਦੋਂ ਅਸੀਂ ਦੁਹਾਈ ਪਾਉਣੇ ਨਾ ਇਨਸਾਫ ਕਰੋ, ਮਨੁੱਖ ਤੇ ਬਹੁਤ ਪਾਪ ਕਰਦਾ ਹੈ। ਅਸੀਂ ਸੋਚਦੇ ਜੋ ਕੁਝ ਉਹ ਪਾਪ ਹੈ। ਮੈਂ ਕਿਸੇ ਦੀ ਹੱਤਿਆ ਬਾਰੇ ਸੋਚ ਲਿਆ ਇਹਨੂੰ ਮਾਰ ਦੇਣਾ ਚਾਹੀਦਾ ਹੈ। ਹੱਤਿਆ ਮੈਂ ਕੀਤੀ ਨਹੀਂ ਨਾ ਕਰ ਸਕਿਆ, ਉਸ ਹੱਤਿਆ ਦਾ ਪਾਪ ਮੈਨੂੰ ਲੱਗ ਗਿਆ ਕਿਉਂਕਿ ਮੈਂ ਸੋਚਿਆ ਕਿਸੇ ਨੂੰ ਮਾਰਨ ਬਾਰੇ। ਤਾਂ ਹੀ ਤੇ ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮੰਨ ਲਓ ਮੈਂ ਕਿਸੇ ਦਾ ਧਨ ਚੋਰੀ ਕਰਨ ਵਾਸਤੇ ਸੋਚਿਆ ਵੀ ਦਾਨ ਲੱਗ ਗਿਆ, ਚੋਰੀ ਕਰ ਲੈਣੀ ਚਾਹੀਦੀ। ਮੰਨ ਲਓ ਜੋ ਗੋਲਕ ਚੋਂ ਮੈਂ ਮਾਇਆ ਚੋਰੀ ਕਰਨ ਦੀ ਸੋਚ ਲਈ ਹੈ, ਮਾਇਆ ਚੋਰੀ ਕੀਤੀ ਨਹੀਂ, ਸੋਚਿਆ ਮੈਂ ਚੋਰੀ ਕਰਨੀ ਹੈ। ਉਹ ਪਾਪ ਮੈਨੂੰ ਲੱਗ ਗਿਆ ਵੀ ਮੈਂ ਗੁਰਦੁਆਰੇ ਮਾਇਆ ਚੋਰੀ ਕੀਤੀ ਹੈ। ਹਾਲਾਂਕਿ ਚੋਰੀ ਕੀਤੀ ਨਹੀਂ ਕਿਉਂਕਿ ਮੈਂ ਸੋਚਿਆ ਮੈਂ ਚੋਰੀ ਕਰਨੀ ਹੈ।
ਮੈਂ ਕਿਸੇ ਦਾ ਕਤਲ ਕੀਤਾ ਨਹੀਂ ਹੈ, ਬਸ ਸੋਚਿਆ ਇਹਨੂੰ ਮਾਰਨਾ, ਉਹ ਕਤਲ ਦਾ ਪਾਪ ਮੇਰੇ ਸਿਰ ਮੜਿਆ ਜਾਣਾ, ਉਹ ਰੱਬ ਦੇ ਘਰ ਸਾਰਾ ਕੁਝ ਉਹਨੇ ਵਿਖਾ ਦੇਣਾ, ਆਹ ਦੇ ਕਤਲ ਤੇਰੇ ਸਿਰ ਦੇ ਉੱਪਰ। ਮੈਂ ਤੇ ਕੀਤਾ ਹੀ ਨਹੀਂ, ਤੁਸੀਂ ਕਹਿਣਾ ਕਿ ਕੀਤਾ ਕਿਉਂ ਨਹੀਂ, ਤੂੰ ਕਰਨਾ ਤੇ ਚਾਹੁੰਦਾ ਸੀ, ਉਹ ਵੱਖਰੀ ਗੱਲ ਹੈ, ਤੂੰ ਕਰ ਨਹੀਂ ਸਕਿਆ, ਕਰਨਾ ਤੇ ਚਾਹੁੰਦਾ ਹੀ ਸੀ ਤੂੰ। ਮਹਾਰਾਜ ਕਹਿੰਦੇ ਅਸੀਸਾਂ ਦਿਓ ਵੀ ਰੱਬ ਦੇ ਨਾਲ ਸਾਡਾ ਮੇਲ ਹੋ ਜਾਏ, ਤੇ ਅਸੀਸ ਦੇ ਨਾਲ ਹੀ ਸੰਗਤ ਨਾਲ ਅਸੀਂ ਭਾਈ ਰੱਬ ਦੇ ਘਰ ਪ੍ਰਵਾਨ ਹੋ ਸਕਦੇ ਹਾਂ। ਘਰ ਘਰ ਇਹੋ ਪਹੁੰਚਾ। ਆ ਜਿਹੜਾ ਮੌਤ ਦਾ ਸੱਦੜਾ ਹੈ ਨਾ, ਅਗਲੇ ਬਚਨ ਇਹੀ ਨੇ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ। ਮੌਤ ਦਾ ਫਰਿਸ਼ਤਾ ਨਾ ਘਰ ਘਰ ਪਹੁੰਚਦਾ ਤੇ ਨਿਤ ਜੀਵਾਂ ਨੂੰ ਸੱਦੇ ਪੈਂਦੇ। ਤੁਸੀਂ ਉੱਠਦੇ ਹੋ ਸਵੇਰੇ, ਪਿੰਡ ਵੱਡਾ ਹੋਵੇ ਨਾ ਚਲੋ ਛੋਟਾ ਹੋਵੇ, ਤੇ ਕਿਤੇ ਕੋਈ ਮਹੀਨੇ ਬਾਅਦ 2 ਮਹੀਨਿਆਂ ਬਾਅਦ ਸਵੇਰੇ ਉੱਠਦਿਆਂ ਖਬਰ ਮਿਲਦੀ ਭਾਈ ਪਿੰਡ ਚੋਂ ਫਲਾਣਾ ਸਰੀਰ ਚੜਾਈ ਕਰ ਗਿਆ। ਇਹਦਾ ਮਤਲਬ ਮੌਤ ਆਈ ਸੀ ਸਾਡੇ ਪਿੰਡ 'ਚ ਰਾਤ। ਕਈ ਵਾਰੀ ਹੁੰਦਾ ਵੀ ਗੁਆਂਢੀਆਂ ਦੇ ਘਰੇ ਆ ਭਾੜਾ ਚੰਗਾ ਭਲਾ ਬੰਦਾ ਤੁਰ ਗਿਆ ਜੀ, ਇਹਦਾ ਮਤਲਬ ਮੌਤ ਗੁਆਂਢੀਆਂ ਦੇ ਘਰੇ ਫੇਰਾ ਮਾਰ ਕੇ ਗਈ ਹੈ। ਕੱਲ੍ਹ ਨੂੰ ਮਹਾਰਾਜ ਕਹਿੰਦੇ ਤੇਰੇ ਘਰੇ ਵੀ ਉਹਨੇ ਆਉਣਾ। ਸਦੜੇ ਜੀਵਾਂ ਨੂੰ ਪੈ ਰਹੇ ਹੈ, ਕਿੰਨੇ ਤੁਰ ਕੇ ਦਾਸ ਨੇ ਪਹਿਲੇ ਬੇਨਤੀ ਕੀਤੀ ਹੈ। ਅੱਜ ਫਲਾਣੇ ਰਿਸ਼ਤੇਦਾਰੀ 'ਚੋਂ ਮੌਤ ਹੋ ਗਈ ਫਲਾਣੇ, ਇਹਦਾ ਮਤਲਬ ਮੌਤ ਫੇਰੇ ਮਾਰ ਰਹੀ ਹੈ, ਤੇ ਇੱਕ ਦਿਨ ਉਹਨੇ ਸਾਡਾ ਵੀ ਦਰਵਾਜ਼ਾ ਖੜਕਾਉਣਾ। ਘਰ ਘਰ ਇਹੋ ਪਹੁੰਚਾ, ਘਰ ਘਰ ਮੌਤ ਦਾ ਫਰਿਸ਼ਤਾ ਪਹੁੰਚ ਰਿਹਾ। ਸਦੜੇ ਨਿਤ ਭਵਨ, ਨਿਤ ਜੀਵਾਂ ਨੂੰ ਸੱਦੇ ਪੈ ਰਹੇ ਨੇ, ਜਿਹਦਾ ਸਮਾਂ ਅੱਜ ਨੂੰ ਜਾਣਾ ਪੈਂਦਾ ਹੈ। ਮੌਤ ਆਉਂਦੀ ਉਹ ਕਿਸੇ ਦੇ ਤਰਸ ਨਹੀਂ ਕਰਦੀ, ਨਾ ਹੀ ਉਹ ਛੱਡ ਕੇ ਜਾਂਦੀ ਹੈ, ਉਹਨੇ ਨਾਲ ਲੈ ਕੇ ਜਾਣਾ। ਮਹਾਰਾਜ ਕਹਿੰਦੇ ਭਾਈ ਘਰ ਘਰ ਮੌਤ ਦਾ ਫਰਿਸ਼ਤਾ ਗੇੜੇ ਮਾਰ ਰਿਹਾ ਤੇ ਜੀਵਾਂ ਨੂੰ ਸੱਦੇ ਪੈ ਰਹੇ ਨੇ, ਉਹ ਤੁਰ ਰਹੇ ਹਨ। ਸਦਨਹਾਰਾ ਸਿਮਰਿਐ। ਮਹਾਰਾਜ ਕਹਿੰਦੇ ਜਿਹੜਾ ਜੀਵਾਂ ਨੂੰ ਸੱਦਦਾ ਹੈ ਨਾ ਪ੍ਰਮਾਤਮਾ, ਉਹਨੂੰ ਸਿਮਰਨਾ ਚਾਹੀਦਾ ਹੈ, ਉਹਨੂੰ ਚੇਤੇ 'ਚ ਰੱਖਣਾ ਚਾਹੀਦਾ। ਉਹਨੇ ਹੀ ਸਾਨੂੰ ਭੇਜਿਆ, ਉਹਨੇ ਹੀ ਸਾਨੂੰ ਵਾਪਸ ਲਿਜਾਣਾ ਹੈ, ਤੇ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਨਾਨਕ ਸੇ ਦੇਹ ਅਵੰਨ। ਮਹਾਰਾਜ ਕਹਿੰਦੇ ਉਹ ਦਿਨ ਆਉਣ ਵਾਲੇ ਆ, ਸੇ ਦੇ ਉਹ ਦਿਨ ਜਿੱਦਣ ਅਸੀਂ ਜਾਣਾ। ਅਵੰਨ ਆਉਣ ਵਾਲਾ ਹੈ, ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ। ਇੱਕ ਦਿਨ ਦਾਸ ਨੇ ਬੇਨਤੀ ਕੀਤੀ, ਮੈਂ ਨਾ 44 ਸਾਲ ਦੀ ਮੇਰੀ ਉਮਰ ਹੋ ਗਈ, ਮੰਨ ਲਓ ਮੈਂ ਆਪਣਾ ਜਨਮ ਦਿਨ ਮਨਾ ਰਿਹਾ, ਤੇ ਮੈਂ ਸੱਦ ਲੈਂਦਾ ਆਪਣੇ ਕੋਈ ਯਾਰਾਂ ਦੋਸਤਾਂ ਨੂੰ, ਲੋਕ ਸੱਦਦੇ ਆ। 80 ਸਾਲ ਦਾ ਬਜ਼ੁਰਗ ਵੀ ਉਹ ਜਨਮ ਦਿਨ ਮਨਾ ਰਿਹਾ, ਤੇ ਮੈਂ ਖੁਸ਼ੀ ਮਨਾ ਰਿਹਾ, ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਆ ਜਾਂਦੇ ਆ। ਮੈਨੂੰ ਉਹਨਾਂ ਨੇ ਪੁੱਛ ਲਿਆ, ਭਾਈ ਸਾਹਿਬ ਜੀ ਕੀ ਕਰ ਰਹੇ ਹੋ? ਤੇ ਮੈਂ ਕਹਾਂਗਾ ਜੀ ਖੁਸ਼ੀ ਮਨਾ ਰਿਹਾ। ਕਾਹਦੀ? ਪੁੱਛਣਗੇ ਮਹਾਰਾਜ ਮੇਰਾ 44ਵਾਂ ਜਨਮ ਦਿਨ ਹੈ ਜੀ। ਤੇ ਮਹਾਰਾਜ ਕਹਿਣਗੇ ਖੁਸ਼ੀ ਫਿਰ ਕਾਹਦੀ ਹੈ? ਮੈਂ ਕਹਾਂਗਾ ਮਹਾਰਾਜ ਨੂੰ 44 ਸਾਲਾਂ ਦਾ ਖੁਸ਼ੀ ਤੇ ਹੈ। ਤੇ ਮਹਾਰਾਜ ਨੇ ਅੱਗੋਂ ਇੱਕ ਗੱਲ ਕਹਿਣੀ ਵੀ 44 ਦਿਨਾਂ ਦਾ ਤੈਨੂੰ ਬਾਅਦ 'ਚ ਪਤਾ ਹੈ ਵੀ ਤੂੰ ਜਿੰਦਾ ਰਹਿਣਾ ਹੈ? ਮੈਂ ਕਹਾਂਗਾ ਜੀ ਨਹੀਂ, ਸਾਰੇ ਆਪਾਂ ਕਹਾਂਗੇ ਸਾਨੂੰ ਤੇ ਅਗਲੇ 5 ਮਿੰਟਾਂ ਦਾ ਵੀ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਹੈ। ਮੈਂ ਕਹਾਂਗਾ ਨਹੀਂ, ਤੇ ਮਹਾਰਾਜ ਕਹਿਣਗੇ ਫਿਰ ਮੂਰਖ ਹੈ, ਤੇਰੇ ਨਾਲੋਂ ਵੱਡਾ ਕੋਈ ਮੂਰਖ ਵੀ ਹੋ ਸਕਦਾ। 44 ਸਾਲ ਲੰਘ ਗਏ, 44 ਦਿਨਾਂ ਦਾ ਛੱਡੋ, 44 ਘੰਟਿਆਂ ਦਾ ਛੱਡੋ, 44 ਮਿੰਟਾਂ ਦਾ ਛੱਡੋ, 44 ਸਕਿੰਟਾਂ ਦਾ ਵੀ ਨਹੀਂ ਪਤਾ ਬਾਅਦ 'ਚ ਕੀ ਹੋਣਾ ਹੈ। ਮਹਾਰਾਜ ਕਹਿੰਦੇ 44 ਸਾਲ ਲੰਘ ਗਏ ਤੇ 44 ਮਿੰਟਾਂ ਦਾ ਪਤਾ ਨਹੀਂ ਤੂੰ ਜਿੰਦਾ ਰਹਿਣਾ, ਫਿਰ ਖੁਸ਼ੀ ਕਾਹਦੀ ਹੈ? ਜਨਮੈ ਕੋ ਵਾਜੇ ਵਧਾਏ, ਸੁਹੇਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹੇ। ਮਹਾਰਾਜ ਕਹਿੰਦੇ ਫਿਰ ਖੁਸ਼ੀ ਕਾਹਦੀ ਮਨਾਉਣਾ ਹੈ? ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਕਿ ਜੇ ਦੋ ਦਿਨ ਦਿਨ ਔਦ ਘਟਤ ਹੈ। ਕਹਿੰਦੇ ਜਨਮ ਦੇਣ ਵਾਲੇ ਕਹਿੰਦੇ ਸਾਡਾ ਪੁੱਤਰ ਵੱਡਾ ਹੋ ਰਿਹਾ। ਇੱਕ ਕਲਾਕਾਰ ਦੀ ਮੌਤ ਹੋਈ ਤੇ ਮਾਂ ਪਿਓ ਸੋਚਦੇ ਹੋਣਗੇ ਸਾਡਾ ਪੁੱਤਰ 28 ਸਾਲਾਂ ਦਾ ਹੋ ਗਿਆ, ਹੁਣ ਵਿਆਹ ਕਰ ਦੇਣਾ। ਇਹਨਾਂ ਨਹੀਂ ਪਤਾ ਉਮਰ ਹੀ ਸਾਰੀ ਇਹਦੀ 28 ਸਾਲ ਦੀ, ਵੀ ਉਹ ਮੌਤ ਦੇ ਨੇੜੇ ਤੁਰਿਆ ਜਾਂਦਾ ਹੈ। ਇਹੀ ਤੇ ਗੱਲ ਹੈ ਵੀ ਅਸੀਂ ਸਮਝਦੇ ਨਹੀਂ ਇਹ ਗੱਲ। ਅਸੀਂ ਵੱਡੇ ਨਹੀਂ ਹੁੰਦੇ, ਅਸੀਂ ਘਟ ਰਹੇ ਹਾਂ ਦਿਨ ਤੇ ਪਹਿਰ ਤੇ ਘੜੀਆਂ ਆਪ ਘਟੇ। ਤਤ ਸਿੱਧੇ ਰੋਜ਼ ਤੇ ਪੜ੍ਹ ਕੇ ਸੋਨੇ ਔਦ ਘਟੇ ਦਿਨਸ। ਸਾਡੇ ਸਾਲ ਘਟ ਗਏ ਜਿੰਨੇ ਰੱਬ ਨੇ, ਕੀ ਪਤਾ 50 ਸਾਲ ਸੀ ਮੇਰੇ 45 ਤੇ ਫਿਰ ਉਹ ਲੰਘ ਗਏ ਹੈ, ਬਾਕੀ ਤੇ 5 ਹੀ ਹੈ। ਉਹ ਮੈਂ 5 ਕਹਿ ਰਿਹਾ ਵੀ ਅਜੇ ਹੋਰ ਨੇ, ਕੀ ਪਤਾ 5 ਦਿਨ ਵੀ ਨਹੀਂ ਹੈ। ਇਹ ਗੱਲ ਸਾਡੇ ਸਮਝਣ ਵਾਲੀ ਹੈ। ਜਿੱਦਣ ਸਮਝ 'ਚ ਆ ਗਈ ਉਦੋਂ ਰੱਬ ਦਾ ਸ਼ੁਕਰਾਨਾ ਹੀ ਹੋਏਗਾ, ਉਦੋਂ ਰੱਬ ਨੂੰ ਲਾਭਾ ਨਹੀਂ ਹੋਏਗਾ। ਮਹਾਰਾਜ ਕਹਿੰਦੇ ਭਾਈ ਸੇ ਦੇ ਅਵੰਨ, ਉਹ ਜਾਣ ਵਾਲੇ ਦਿਨ ਜਿਹੜੇ ਤੁਰੇ ਆਉਂਦੇ ਨੇ, ਪਤਾ ਨਹੀਂ ਕਿਸ ਸਮੇਂ ਤੁਰ ਜਾਣਾ ਹੈ। ਰਾਗ ਆਸਾ ਮਹਲਾ ਪਹਿਲਾ। ਅਗਲਾ ਸ਼ਬਦ ਰਾਗ ਆਸਾ ਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ। ਛੇ ਘਰ ਛੇ ਗੁਰ ਛੇ ਉਪਦੇਸ਼। ਮਹਾਰਾਜ ਕਹਿੰਦੇ 6 ਸ਼ਾਸਤਰ ਨੇ, ਤੇ 6 ਹੀ ਸ਼ਾਸਤਰਾਂ ਨੂੰ ਬਣਾਉਣ ਵਾਲੇ ਗੁਰੂ ਜਾਂ ਸਮਝਾਉਣ ਵਾਲੇ ਗੁਰੂ, ਤੇ 6 ਹੀ ਉਹਨਾਂ ਦੇ ਵਿੱਚ ਉਪਦੇਸ਼ ਨੇ। ਚਲੋ ਆਪਾਂ ਨਾ ਮੋਟੀ ਗੱਲ ਕਰਦੇ, ਗੁਰਮਤਿ ਦੇ ਸਿਧਾਂਤ ਦੀ ਗੱਲ ਕਰਨੀ ਹੋਵੇ
ਤੇ ਮਹਾਰਾਜ ਕਹਿੰਦੇ ਮਨੁੱਖ ਦੇ ਅੰਦਰ ਦਇਆ, ਧਰਮ, ਧੀਰਜ, ਖਿਮਾ, ਸੰਤੋਖ ਤੇ ਸੱਚ ਹੋਣਾ ਚਾਹੀਦਾ। ਇਹ 6 ਹੋ ਗਏ ਵੀ ਮਨੁੱਖ ਧਰਮੀ ਹੁੰਦਾ ਹੈ, ਜਿਹਦੇ ਅੰਦਰ ਧਰਮ, ਦਇਆ, ਸੱਚ, ਸੰਤੋਖ, ਖਿਮਾ ਤੇ ਧੀਰਜ ਹੁੰਦਾ ਹੈ, ਉਹ ਮਨੁੱਖ ਧਰਮੀ ਹੈ। ਇਹ 6 ਉਪਦੇਸ਼। ਹੁਣ ਸਾਡਾ ਮੁੱਢਲਾ ਉਪਦੇਸ਼ 3 ਉਪਦੇਸ਼ ਨੇ ਮੁੱਢਲੇ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਇਹ ਮੁੱਢਲੇ 3 ਉਪਦੇਸ਼ ਨੇ। ਇੱਥੇ ਹੁਣ 6 ਸ਼ਾਸਤਰ ਨੇ, 6 ਗੁਰੂ ਨੇ ਤੇ 6 ਹੀ ਉਹਨਾਂ ਦੇ ਉਪਦੇਸ਼ ਹਨ। ਗੁਰ ਗੁਰ ਏਕੋ ਵਿਸ ਅਨੇਕ। ਮਹਾਰਾਜ ਕਹਿੰਦੇ ਉਹ ਗੁਰੂ, ਇੱਥੇ ਗੁਰੂ ਦਾ ਅਰਥ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਗੁਰੂ ਦਾ ਅਰਥ ਰੱਬ ਹੈ। ਕਹਿੰਦੇ ਗੁਰ ਗੁਰ ਏਕੋ, ਰੱਬ ਤੇ ਕੀ ਹੈ? ਸ਼ਾਸਤਰ 6 ਹੋ ਸਕਦੇ, ਗੁਰੂ 6 ਹੋ ਸਕਦੇ, ਰੱਬ 6 ਨਹੀਂ ਹੈ। ਰੱਬ ਤੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਕਹਿੰਦੇ ਵੇਸ ਅਨੇਕ, ਰੱਬ ਦੇ ਵੇਸ ਅਨੇਕ ਹੋ ਸਕਦੇ, ਰੱਬ ਇੱਕ ਹੀ ਹੈ ਜਿਹਦਾ ਸਾਰਿਆਂ ਤੇ ਹੁਕਮ ਲਾਗੂ ਹੁੰਦਾ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਮਹਾਰਾਜ ਕਹਿੰਦੇ ਬਾਬਾ ਜਿਸ ਘਰ ਦੇ ਅੰਦਰ ਕਰਤੇ ਦੀ ਕੀਰਤੀ ਹੋਵੇ, ਸੋ ਘਰ ਰਾਖ ਵਡਾਈ ਤੋਏ। ਕਹਿੰਦੇ ਸੋ ਘਰ ਰਾਖ, ਉਹ ਘਰ ਰੱਖਦਾ ਤੇ ਵਡਾਈ ਤੋਏ, ਉਹਨਾਂ ਨੂੰ ਵਡਿਆਈ ਵੀ ਮਿਲਦੀ, ਉਹ ਘਰ ਬਚ ਜਾਂਦੇ ਆ। ਗੁਰਮੁਖ ਉਜੜਦੇ ਉਹ ਨੇ ਜਿਹੜੇ ਰੱਬ ਨਾਲੋਂ ਟੁੱਟ ਜਾਂਦੇ ਆ। 10 ਨੇ ਪੰਕਤੀ ਪਹਿਲਾਂ ਪੜ੍ਹੀ, ਸੋ ਘਰ ਦਈਏ ਵਸਾਇਆ ਕਿਹੜਾ, ਜਿਤ ਪਾਰ ਬ੍ਰਹਮ ਚਿਤ ਆਇਆ। ਉਹਨਾਂ ਦੀ ਫਿਰ ਵਡਿਆਈ ਵੀ ਹੁੰਦੀ। ਘਰ ਸਦਾ ਵਾਸਤੇ, ਗੁਰਦੁਆਰੇ ਹੈ ਸਦਾ ਰਹਿੰਦੇ ਆ, ਘਰ ਤੇ ਟੱਟਦੇ ਆ, ਘਰ ਨਹੀਂ ਸਦਾ ਰਹਿਣੇ ਸਾਡੇ। ਹੁਣ ਮਕਾਨ ਪਾਇਆ ਬਾਪ ਨੇ ਬੜੀ ਰੀਝ ਦੇ ਨਾਲ, ਉਦੋਂ ਜਿੰਨਾ ਕੋ ਪਹਿਲਾਂ ਬਾਲੇ ਪਾਉਂਦੇ ਹੁੰਦੇ ਨੇ, ਸ਼ਤੀਰ ਪਾਉਂਦੇ ਹੁੰਦੇ ਹਨ, ਤੇ ਬਾਪ ਨੇ ਬੜੀ ਰੀਝ ਨਾਲ ਘਰ ਬਣਾਇਆ। ਤੇ ਜਦੋਂ ਹੁਣ ਬੱਚੇ ਜਵਾਨ ਹੋਏ ਕਹਿੰਦੇ ਨਹੀਂ ਬਾਪੂ ਦਾ ਘਰ ਇਹੋ ਜਿਹਾ ਹੋਣਾ ਚਾਹੀਦਾ ਸੀ। ਤੇ ਫਿਰ ਠੇਕੇਦਾਰ ਨੂੰ ਸੱਦਦਾ ਹੈ ਤੇ ਠੇਕੇਦਾਰ ਕਹਿੰਦਾ ਲਓ ਜੀ ਹੁਣ ਤੁਹਾਨੂੰ ਇਹੋ ਜਿਹਾ ਘਰ ਪਾ ਕੇ ਦਿਆਂਗੇ, ਹੁਣ ਤੁਹਾਡੇ ਕਾਫੀ ਸਮਾਂ ਲੰਘ ਜਾਏਗਾ ਵੀ 2-3 ਪੁਸ਼ਤਾਂ ਤੱਕ ਤੇ ਘਰ ਹੁਣ ਡਿੱਗਦਾ ਨਹੀਂ, ਆਪਾਂ ਇੰਨੀ ਨੀਂਹ ਮਜ਼ਬੂਤ ਰੱਖਾਂਗੇ, ਇੰਨੀਆਂ ਮੰਜ਼ਲਾਂ ਪਾ ਦੇਣੀਆਂ। ਤੇ ਫਿਰ ਉਹ ਬਾਪ ਕਹਿੰਦਾ ਘਰ ਤੇ ਮੈਂ ਵੀ ਬੜਾ ਸੋਹਣਾ ਬਣਾਇਆ ਸੀ, ਉਹ ਡੇਗਣਾ ਪਿਆ ਨਾ, ਅੱਜ ਇਹ ਬਣਾ ਰਿਹਾ ਤੁਹਾਨੂੰ ਇਹਦਾ ਪੁੱਤਰ ਆਖੇ ਗਏ ਚੰਗਾ ਨਹੀਂ ਦੂਸਰਾ ਬਣਾਓ। ਤੇ ਘਰ ਬਣਦੇ ਤੇ ਟੱਟਦੇ ਐ। ਆ ਗੁਰਦੁਆਰਾ ਬੜਿਆ ਗੁਰਮੁਖੋ, ਅਸੀਂ ਤੁਰ ਜਾਣਾ ਇੱਕ ਦਿਨ, ਇੱਥੇ ਬੜੀਆਂ ਰੌਣਕਾਂ ਲੱਗਣੀਆਂ ਸਾਡੇ ਤੋਂ ਬਾਅਦ। ਇੱਥੇ ਤੇ ਸਾਰੀ ਦੁਨੀਆ ਨੇ ਆਣ ਕੇ ਮੱਥਾ ਟੇਕਣਾ ਹੈ। ਇਹ ਘਰ ਸਦਾ ਵਾਸਤੇ ਆਬਾਦ ਕੀਤੇ ਨੇ ਗੁਰੂ ਸਾਹਿਬ ਨੇ, ਜਿੱਥੇ ਚਰਨ ਪਾਏ ਹੈ। ਉਹ ਦੂਸਰੇ ਘਰ ਦੀ ਗੱਲ ਨਹੀਂ। ਇੱਥੇ ਹੁਣ ਕਿੰਨੇ ਘੰਟੇ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਬਾਣੀ ਪੜ੍ਹੀ ਜਾਂਦੀ ਹੈ, ਸਿਮਰਨ ਹੁੰਦਾ ਹੈ। ਤੇ ਦੂਸਰਾ ਘਰ ਤਾਂ ਉਜੜਦਾ ਵੀ ਉੱਥੇ ਬਾਣੀ ਨਹੀਂ ਪੜ੍ਹੀ ਜਾਂਦੀ ਹੈ। ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਨ ਮਹਾਰਾਜ ਕਹਿੰਦੇ ਵੀ ਅੱਖ ਦੇ 15 ਹੋਰ ਹੋਣ ਦਾ ਇੱਕ ਵਿਸਵਾ ਬਣਦਾ ਹੈ। ਅੱਖ 15 ਵਾਰੀ ਝਪਕੀਏ ਨਾ, ਕਿੰਨਾ ਕੁ ਟਾਈਮ ਲੱਗਦਾ ਹੈ ਜੀ? 15 ਸਕਿੰਟ ਜ਼ਿਆਦਾ ਸਮਾਂ ਲੱਗਦਾ ਹੈ ਅੱਖ ਝਪਕਣ ਤੇ। ਮੇਰੇ ਖਿਆਲ ਵੀ ਤੁਸੀਂ 15 ਵਾਰੀ ਅੱਖ ਝਪਕੋ, 15 ਸਕਿੰਟ ਤੋਂ ਪਹਿਲਾਂ ਝਪਕ ਜਾਓਗੇ। ਤੇ 15 ਵਾਰੀ ਅੱਖ ਝਪਕੀਏ, ਅੱਖ ਦਾ ਹੋਰ ਇੱਕ ਵਿਸਵਾ ਬਣਦਾ ਹੈ, ਵਿਸਵੇ ਚਸਿਆ। ਤੇ ਜਿਹੜਾ ਇੱਕ ਚਸਾ ਬਣਦਾ ਹੈ ਨਾ, ਉਹ ਮਹਾਰਾਜ ਕਹਿੰਦੇ ਵੀ ਉਹ 15 ਵਿਸਵੇ ਜਿਹੜੇ ਨੇ, 15 ਵਾਰੀ ਅੱਖ ਝਪਕੀ ਇੱਕ ਵਿਸਵਾ, 15 ਵਿਸਵੇ ਇਕੱਠੇ ਕੀਤੇ ਇੱਕ ਚਸਾ ਬਣਦਾ। ਫਿਰ ਘੜੀਆਂ 24 ਮਿੰਟ ਦੀ ਇੱਕ ਘੜੀ ਹੁੰਦੀ ਹੈ। ਇਹ ਰੱਬ ਨੇ ਰਾਤੀ ਰੁੱਤੀ ਥਿੱਤੀ ਵਾਰਾਂ ਦੇ ਵਿੱਚ ਸੰਸਾਰ ਨੂੰ ਬੰਨਿਆ ਹੋਇਆ ਹੈ। ਰੁੱਤਾਂ 6 ਰੁੱਤਾਂ ਨੇ। ਰੱਬ ਨੇ ਦਿਨ ਬਣਾਏ, ਰਾਤ ਬਣਾਈ, ਰੱਬ ਨੇ ਉਹ ਤਰੀਕਾਂ ਬਣਾਈਆਂ। ਇਹ ਸਮਝਣ ਵਾਸਤੇ ਹੁਣ ਸਮੇਂ ਨੂੰ ਅਸੀਂ ਆਪਣੀ ਵੰਡ ਨਾਲ ਬੰਨਿਆ ਹੋਇਆ, ਸਮਾਂ ਇੱਕੋ ਜਿਹਾ ਹੀ ਹੈ। ਜੇ ਅੱਜ ਦਿਨ ਸ਼ੁੱਕਰਵਾਰ ਹੈ, ਹੋਰ ਵੀ ਕੋਈ ਨਾ ਹੁੰਦਾ ਤੇ ਅਸੀਂ ਉਹ ਲੈਣਾ ਸੀ। ਸਿਰਫ ਉਹ ਸਮਝਣ ਵਾਲਿਆਂ ਨੇ, ਇਸਲਾਮ ਧਰਮ ਦੇ ਅੰਦਰ ਸ਼ੁੱਕਰਵਾਰ ਐਤਵਾਰ ਹੈ, ਉਹ ਸ਼ੁੱਕਰਵਾਰ ਛੁੱਟੀ ਕਰਦੇ ਆ, ਅਸੀਂ ਐਤਵਾਰ ਕਰਦੇ ਹਾਂ। ਚਲੋ ਉਹ ਸਾਡਾ ਉਹ ਸਰਕਾਰੀ ਦਫ਼ਤਰਾਂ ਨਾਲ ਸੰਬੰਧਿਤ ਹੈ, ਜਿਹੜੀਆਂ ਡੇਟਾਂ ਨੇ ਅਸੀਂ ਇੰਗਲਿਸ਼ ਡੇਟਾ ਵਰਤਦੇ ਆ। ਵੈਸੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਮੰਨਦੇ ਨੇ ਉਹ 12 ਮਾਹ ਦੀ ਬਾਣੀ ਨਾਲ ਚੱਲਦੇ ਆ। ਸਾਡਾ ਜਿਵੇਂ ਚੇਤਰ 'ਚ ਨਵਾਂ ਸਾਲ ਚੜ੍ਹਦਾ ਹੈ, ਸਾਡਾ ਜਨਵਰੀ ਤੋਂ ਨਵਾਂ ਸਾਲ ਨਹੀਂ ਹੈ। ਰੱਬ ਨੇ ਇਹ ਘੜੀਆਂ ਥਿੱਤਾਂ ਵਾਰਾਂ ਦੇ ਵਿੱਚ ਇਹ ਵੱਢਿਆ ਹੋਇਆ ਹੈ ਸੰਸਾਰ ਨੂੰ। ਵਿਸਵੇ ਚ ਅਸੀਆ ਘੜੀਆਂ ਪਹਿਲਾਂ ਥਿੱਤੀ ਵਾਰੀ ਮਾਹੋ, ਫਿਰ ਥਿੱਤਾਂ ਨੇ ਵਾਰ ਨੇ ਤੇ ਮਾਹੋ ਮਹੀਨੇ ਨੂੰ ਕਹਿੰਦੇ ਆ। ਤੇ ਫਿਰ ਅਸੀਂ ਇਹਨਾਂ ਉਲਝੇ ਹੋਏ ਨਹੀਂ ਹੈ, ਆਹ ਦਿਨ ਚੰਗਾ ਹੈ ਜੀ, ਆਹ ਦਿਨ ਮਾੜਾ। ਤੁਸੀਂ ਕੋਈ ਵੀ ਕਾਰਜ ਕਰਨਾ ਹੈ, ਸਿੱਖ ਵਾਸਤੇ ਕੋਈ ਦਿਨ ਚੰਗਾ ਨਹੀਂ ਹੈ, ਕੋਈ ਮਾੜਾ ਨਹੀਂ ਹੈ। ਮਹਾਰਾਜ ਨੇ ਕਿਹਾ ਮਹਾ ਦਿਵਸ ਮੂਰਤ ਭਲੇ, ਮਹੀਨੇ ਤੇ ਦਿਨ ਉਹ ਚੰਗੇ ਨੇ ਜਿਸ ਕੋ ਨਦਰ। ਜੇ ਗੁਰੂ ਸਾਹਿਬ ਜੀ ਤੁਹਾਡੇ ਤੇ ਮਿਹਰਬਾਨ ਨੇ, ਕਿਸੇ ਵੀਰਵਾਰ ਦੀ ਫਿਕਰ ਨਹੀਂ ਕਰਨੀ ਕਿਸੇ ਦੀ। ਤੁਸੀਂ ਕੋਈ ਸੰਦ ਖਰੀਦਣਾ ਹੈ, ਤੁਸੀਂ ਕੇਸੀ ਇਸ਼ਨਾਨ ਕਰਨਾ ਹੈ, ਤੁਸੀਂ ਬੱਚੇ ਦਾ ਵਿਆਹ ਰੱਖਣਾ ਹੈ,
ਕਦੇ ਵੀ ਕਿਸੇ ਨੇ ਸਿੱਖ ਨੇ ਵਹਿਮ ਨਹੀਂ ਕਰਨਾ ਹੈ। ਆਪਣਾ ਵੇਖੋ ਜਾਂ ਛੁੱਟੀ ਵਾਲੇ ਦਿਨ ਰੱਖ ਲਓ, ਸਾਰੇ ਰਿਸ਼ਤੇਦਾਰ ਆ ਸਕਣਗੇ, ਉਹ ਵੇਖੋ ਭਾਈ ਕਿਹੜਾ ਦਿਨ ਹੈ। ਇੱਥੇ ਆਣ ਕੇ ਬਾਬਿਆਂ ਤੋਂ ਡੈਰੀਆਂ ਨਾ ਖਿਲਾਓ, ਭਾਈ ਸਾਹਿਬ ਜੀ ਪੰਜਕਾਂ ਕਦੋਂ, ਸਾਨੂੰ ਤੇ ਪਤਾ ਵੀ ਨਹੀਂ ਪੰਜਕਾਂ ਕੀ ਹੁੰਦੀਆਂ, ਫਲਾਣਾ ਕੁਝ ਕੀ ਹੁੰਦਾ। ਅਸੀਂ ਤੇ ਕਹਿੰਦੇ ਕੜਾਹ ਪ੍ਰਸ਼ਾਦ ਉੱਥੋਂ ਮਿਲ ਜਾਂਦਾ ਜੀ, ਲਿਆਓ 100 ਰੁਪਏ ਦੀ ਕਾਊਂਟਰ ਤੋਂ ਦੇਗ, ਅਰਦਾਸ ਕਰਦੇ ਨੇ ਤਰੀਕ ਹੁਣ ਤੁਸੀਂ ਮਿਲ ਲਿਓ, ਅਸੀਂ ਕਦੋਂ ਰੱਖਣਾ ਤੁਹਾਨੂੰ ਦੇਵੇ। ਮਸਕੀਨ ਸਾਹਿਬ ਜੀ ਕਹਿੰਦੇ ਵੀ ਸਾਡੇ ਕੋਲ ਨਾ 2 ਉਹ ਸਰੀਰ ਆਏ, ਬਜ਼ੁਰਗ ਸਨ ਪਤੀ ਪਤਨੀ, ਤੇ ਕਹਿੰਦੇ ਮਸਕੀਨ ਸਾਹਿਬ ਜੀ ਪੁੱਤਰ ਦਾ ਵਿਆਹ ਰੱਖਣਾ ਹੈ ਤੇ ਬੁਲਾਓ ਦਿਨ ਦੋਣਾ। ਤੇ ਮਸਕੀਨ ਸਾਹਿਬ ਕਹਿੰਦੇ ਅਸੀਂ ਹੱਸ ਕੇ ਕਿਹਾ ਵੀ ਤੁਸੀਂ ਦਿਨ ਬੁਲਾ ਕੇ ਕੀਤਾ ਹੈ, ਵੀ ਤੁਸੀਂ ਪਤੀ ਪਤਨੀ ਜੇ? ਕਹਿੰਦੇ ਜੀ ਨਹੀਂ, ਅਸੀਂ ਤੇ ਉਦੋਂ ਦੇ ਅਡੇ ਸੜੇ ਕਰ ਲਏ। ਕਹਿੰਦੇ ਜੀਵਨ ਕਿਵੇਂ ਚੱਲਿਆ? ਕਹਿੰਦੇ ਜੀ ਵਧੀਆ ਨਿਭੀ ਹੁਣ ਤੱਕ ਦਾ। ਤੇ ਹੱਸ ਪਏ, ਕਹਿੰਦੇ ਜੇ ਤੁਹਾਡੀ ਹੁਣ ਤੱਕ ਨਿਭ ਗਈ ਵੀ ਤੁਸੀਂ ਫਿਕਰ ਨਹੀਂ ਕੀਤਾ, ਪੁੱਤਰਾਂ ਦਾ ਵੀ ਐਵੇਂ ਕਰ ਦਿਓ ਨਿਭ ਜੇਗੀ, ਉਹਨਾਂ ਦੇ ਥਿੱਤਾਂ ਵਾਰਾਂ 'ਚ ਨਾ ਪਿਓ, ਜੇ ਵਾਰ ਦਾ ਵਹਿਮ ਕਰੋਗੇ ਮੰਗਲੀਕ ਹੈ ਜੀ, ਫਲਾਣਾ ਹੈ ਜੀ, ਫਲਾਣਾ ਹੈ ਜੀ, ਧਾਗੇ ਬੰਨ੍ਹ ਕੇ ਤੁਸੀਂ ਕੋਈ ਕਾਰਜ ਨਹੀਂ ਰੱਬ ਕਰਨਾ ਹੈ। ਗੁਰੂ ਅੱਗੇ ਅਰਦਾਸ ਕੜਾਹ ਪ੍ਰਸ਼ਾਦੀ ਦੇਗ ਲਿਆਓ, ਜਿਹੜਾ ਨਹੀਂ ਵੀ ਕਾਰਜ ਕਰਨਾ ਉਹ ਬਣੇਗਾ। ਸਿੱਖ ਨੇ ਅਰਦਾਸ ਕਰਨੀ, ਜੇ ਨਹੀਂ ਵੀ ਬਣਦਾ ਉਹਦੇ 'ਚ ਸਾਡਾ ਭਲਾ ਹੈ। ਕਦੇ ਗੁਰੂ ਨੂੰ ਉਲਾਮਾ ਨਹੀਂ। ਕੁਝ ਇਹੋ ਜਿਹੇ ਕਾਰਜ ਹੁੰਦੇ ਜਿਹੜੇ ਸਾਡਾ ਨੁਕਸਾਨ ਕਰਨਾ ਹੁੰਦਾ, ਜੇ ਤੁਸੀਂ ਜੁੜੇ ਹੋ ਗੁਰੂ ਸਾਡਾ ਨੁਕਸਾਨ ਨਹੀਂ ਜੇ ਕਦੇ ਚਾਹੁੰਦਾ। ਜੇ ਨਹੀਂ ਵੀ ਕਾਰਜ ਹੁੰਦਾ ਉਹਦੇ 'ਚ ਵੀ ਉਹਦੀ ਕੋਈ ਰਜ਼ਾ ਹੈ, ਉਹ ਸਾਡਾ ਬੁਰਾ ਨਹੀਂ ਕਰਨਾ ਚਾਹੁੰਦਾ। ਇਸ ਵਿਸ਼ੇ ਦੇ ਦਾਸ ਨੇ ਇੱਕ ਘਟਨਾ ਆਪ ਜੀ ਨੂੰ 10ਵੇਂ ਪਾਤਸ਼ਾਹ ਦੇ ਜੀਵਨ 'ਚੋਂ ਸਾਂਝੀ ਕਰਾਏ ਵੀ ਕੋਈ ਪੁੱਤ ਮੰਗਦਾ ਸੀ, ਵਾਰ-ਵਾਰ ਆਣ ਕੇ ਮਹਾਰਾਜ ਕੋਈ ਜਵਾਬ ਨਹੀਂ ਦਿੰਦੇ। ਉਹ ਗੁਰੂ ਸਾਹਿਬ ਨੂੰ ਛੱਡ ਕੇ ਹੋਰ ਕਿਤੇ ਚਲਾ ਗਿਆ, ਪੁੱਤ ਮਿਲ ਗਿਆ, 12 ਸਾਲਾਂ ਤੋਂ ਪਿਓ ਦੇ ਦਾੜੇ ਨੂੰ ਹੱਥ ਪਾਉਣ ਲੱਗ ਪਿਆ। ਤੇ ਫਿਰ ਉਹ ਕਲਪਿਆ ਹੋਇਆ ਆ ਗਿਆ, ਕਹਿੰਦਾ ਇਹਦੇ ਨਾਲ ਤੇ ਨਾ ਹੀ ਹੁੰਦਾ। ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਹਾਡੇ ਤੋਂ ਮੰਗਦਾ ਤੁਸੀਂ ਦੇ ਦਿੰਦੇ, ਕਹਿੰਦੇ ਕਰਮਾਂ 'ਚ ਨਹੀਂ ਸੀ। ਤੇ ਮਹਾਰਾਜ ਕਹਿੰਦੇ ਇਸ ਕਰਕੇ ਤਾਂ ਦਿੰਦੇ ਨਹੀਂ ਹਾਂ ਵੀ ਜੇ 12 ਸਾਲ ਦੇ ਨੇ ਹੋ ਕੇ ਦਾੜੇ ਨੂੰ ਹੱਥ ਪਾਉਣਾ ਸੀ, ਇਹਦੇ ਨਾਲੋਂ ਨਾ ਹੀ ਹੋਵੇ ਤੇ ਚੰਗੀ ਗੱਲ ਹੈ। ਤਾਂ ਹੀ ਨਹੀਂ ਦਿੰਦੇ ਵੀ ਜਿਹੜਾ ਹੋਣ ਆਉਣਾ ਹੀ ਉਹਨੇ ਦਾੜੇ ਨੂੰ ਹੱਥ ਪਾਉਣਾ ਹੀ ਤੇਰੇ ਨੂੰ। ਆਪਣੇ ਚੰਗੇ ਕਰਮ ਬਣਾਉਣੋ ਤੇ ਫਿਰ ਤੇਰੀ ਸੇਵਾ ਕਰਨ ਵਾਲਾ ਹੀ ਤੈਨੂੰ ਦੇਣਾ ਸੀ, ਪਰ ਤੂੰ ਕਾਹਲਾ ਪੈ ਗਿਆ। ਕਿਸੇ ਕਰਮ ਵਿੱਚ ਸਾਡਾ ਗੁਰੂ ਕਾਲ ਨਹੀਂ, ਇਹਦੇ ਸਹਿਜ ਹੈ। ਤੇ ਸਹਿਜ ਨਾਲ ਜੋ ਹੋਏਗਾ, ਜੋ ਗੁਰੂ ਤੇ ਛੱਡੀ ਹੋਏਗਾ, ਫਿਰ ਗੁਰਮੁਖ ਉਹ ਨੁਕਸਾਨ ਨਹੀਂ ਹੋਏਗਾ। ਸਾਡੀ ਭਟਕਣਾ, ਸਾਡੀ ਕਾਹਲ ਕਦੇਰੇ ਸਾਡਾ ਨੁਕਸਾਨ ਕਰਾਉਂਦੀ ਹੈ। ਮਹਾਰਾਜ ਇਹੀ ਗੱਲ ਕਹਿੰਦੇ ਥਿੱਤੇ ਵਾਰਾਂ 'ਚ ਨਹੀਂ ਤੁਸੀਂ ਪੈਣਾ, ਇਹਦੇ ਸਮੇਂ ਅਨੁਸਾਰ ਲੋਕਾਂ ਨੇ ਇਹਨੂੰ ਬੰਨ੍ਹਿਆ ਹੋਇਆ। ਤੇ ਮਹਾਰਾਜ ਕਹਿੰਦੇ ਰੱਬ ਇੱਕ ਹੈ, ਉਹੀ ਸਾਰਾ ਕੁਝ ਚਲਾ ਰਿਹਾ। ਅਗਲੇ ਬਚਨ ਪੜੋ ਜੀ। ਸੂਰਜ ਇੱਕੋ ਰੁੱਤ ਅਨੇਕ। ਹੁਣ ਸੂਰਜ ਇੱਕ ਹੈ, ਰੁੱਤਾਂ ਅਨੇਕਾਂ। ਵੈਸੇ 6 ਰੁੱਤਾਂ ਨੇ ਸਾਡੇ ਭਾਰਤ ਦੇ ਅੰਦਰ, 6 ਰੁੱਤਾਂ ਆਉਂਦੀਆਂ ਨੇ ਜੀ। ਸੂਰਜ ਇੱਕ ਹੀ ਹੈ, ਸੂਰਜ 2 ਨਹੀਂ ਹੈ। ਹਾਂ ਧਰਤੀਆਂ ਹੋਰ ਹੈਗੀਆਂ ਨੇ, ਸੂਰਜ ਵੀ ਹੋਰ ਹੈਗੇ ਆ। ਮਹਾਰਾਜ ਇਹ ਪ੍ਰੂਫ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਰ ਇੱਥੇ ਇੱਕ ਹੀ ਸੂਰਜ ਹੈ, ਇਸ ਧਰਤੀ ਤੇ ਇੱਕ ਹੀ ਸੂਰਜ ਹੈ। ਤੇ ਸੂਰਜ ਦੇ ਹੱਥ 'ਚ ਤਾਕਤ ਵੀ ਕੋਈ ਨਹੀਂ ਹੈ ਵੀ ਇਹ ਆ ਕੇ ਮੈਂ ਥੱਕ ਗਿਆ, ਰੱਬ ਜੀ ਰੋਜ਼ ਚੜ੍ਹ ਕੇ ਕੱਲ ਨੂੰ ਮੈਂ ਤੇ ਨਹੀਂ ਜੇ ਚੜ੍ਹਨਾ। ਸੂਰਜ ਦੇ ਹੱਥ ਕੋਈ ਪਾਬੰਦ ਨਹੀਂ। 2 ਦੀਵੇ 14, ਇਹ ਤਾਂ 2 ਦੀਵੇ ਨੇ ਰੋਸ਼ਨੀ ਦੇਣ ਵਾਸਤੇ ਰੱਬ ਜਗਾਉਂਦਾ ਇਹਨਾਂ ਨੂੰ। ਸੂਰਜ ਕਦੇ ਛਿਪਦਾ ਨਹੀਂ, ਸੂਰਜ ਉਹਲੇ ਹੋ ਜਾਂਦਾ ਸਾਡੇ ਤੋਂ। ਉਹ ਇੱਥੋਂ ਥੋੜਾ ਜਿਹਾ ਹੁਣ ਸ਼ਾਮ ਨੂੰ ਜਦੋਂ ਛੁਪਦਾ ਉਹ ਦੂਸਰੇ ਪਾਸੇ ਨੂੰ ਨਿਕਲਣਾ ਸ਼ੁਰੂ ਹੋ ਜਾਂਦਾ। ਉਹ ਘੁੰਮਦੀ ਧਰਤੀ ਉਹ ਸੂਰਜ ਦੇ ਦੁਆਲੇ, ਫਿਰ ਉਹ ਜਦੋਂ ਉਹ ਘੇਰਾ ਆਉਂਦਾ ਤੇ ਫਿਰ ਉਹ ਪ੍ਰਗਟ ਸਾਡੇ ਸਾਹਮਣੇ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਸੂਰਜ ਕਦੇ ਛਿਪਦਾ ਨਹੀਂ, ਸਦਾ ਹੀ ਚੜਿਆ। ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਹਨ ਜੀ। ਨਾਨਕ ਕਰਤੇ ਕੇ ਕੇਤੇ ਵੇਸ। ਨਾਨਕ ਕਰਤੇ ਕੇ ਕੇਤੇ ਵੇਸ ਨੇ, ਉਹਦੇ ਵੇਸ ਕਿੰਨੇ ਨੇ? ਕਰਤਾ ਇੱਕ ਹੀ ਹੈ, ਰੱਬ ਇੱਕ ਹੈ, ਵੇਸ ਅਨੇਕ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਕੱਲ੍ਹ ਨੂੰ ਆਪਾਂ ਇਹ ਬਾਣੀ ਕੰਪਲੀਟ ਕਰ ਦਿਆਂਗੇ ਜੀ। 3 ਸ਼ਬਦ ਰਹਿ ਗਏ ਨੇ। ਹਾਜ਼ਰੀ ਜ਼ਰੂਰ, ਕਿਰਪਾ ਵੈਸੇ ਹੋਈ ਹੈ ਸੰਗਤ ਦੀ। ਪਿਛਲੇ ਦਿਨਾਂ ਤੋਂ ਜਦੋਂ ਤੋਂ ਆਪਾਂ ਪਹਿਲੀ ਕਥਾ ਦਾ ਭੋਗ ਪਾਇਆ ਨਾ, ਸਰੀਰ ਕਾਫੀ ਵਧੇ ਨੇ। ਇਸੇ ਤਰ੍ਹਾਂ ਹੀ ਕਿਰਪਾ ਕਰਿਓ, ਹੋਰ ਵੀ ਸੰਗਤ ਨੂੰ ਨਾਲ ਜੋੜੀਏ, ਕਿਉਂਕਿ ਅਗਲਾ ਸਮਾਂ ਜਿਹੜਾ ਲੰਘ ਚੁੱਕਾ ਹੈ ਸਾਡੇ ਜੀਵਨ 'ਚ ਬਹੁਤ ਕੀਮਤੀ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਤੀ ਔਰ ਆਪ ਜੀਆਂ ਨੇ ਸਰਵਣ ਕੀਤੀ। ਦੁਬਾਰਾ ਤੋਂ ਕਥਾ ਸ਼ੁਰੂ ਹੋਈ ਹੈ। ਰੱਬ ਜਿੰਨਾ ਕੁ ਸਮਾਂ ਇਹਦੇ ਪੂਰੀ ਕਰਨ ਦਾ ਸਮਾਂ ਦੇਣਗੇ ਪੂਰੀ ਕਰਾਂਗੇ, ਜਾਂ ਜਿੱਥੇ ਦੀ ਦਾ ਸਮਾਂ ਆਏਗਾ। ਇੱਕ ਅਸੀਂ ਯਾਤਰੀ ਹੈ, ਜਦੋਂ ਸਟੇਸ਼ਨ ਆਉਂਦਾ ਉੱਥੇ ਤੇ ਫਿਰ ਆਪਾਂ ਜਾ ਕੇ ਉਤਰ ਜਾਣਾ। ਅੱਜ ਦੇ ਸ਼ਬਦ 'ਚ ਮਹਾਰਾਜ ਨੇ ਇਹੀ ਤੇ ਸਾਨੂੰ ਸਿੱਖਿਆ ਦਿੱਤੀ ਹੈ। ਤੇ ਜਿੰਨਾ ਕੁ ਚਲੋ ਸਾਡੇ ਕੋਲ ਸਮਾਂ, ਉਹਨਾਂ ਚਿਰ ਅਸੀਂ ਹਾਜ਼ਰੀਆਂ ਜ਼ਰੂਰ ਭਰੀਏ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।